ਸਤਿਨਾਮ ਸ਼੍ਰੀ ਵਾਹਿਗੁਰੂ ਜੀ ਚੌਪਈ। ਸ਼੍ਰੀ ਅੰਗਦ ਸੁਨ ਪਰਮ ਵਡੇਰੇ, ਹੋਤੇ ਜਿਤੇ ਕਰਦੇ ਸੁਧ ਮੇਰੇ। ਤੇ ਕਥਾ ਇਹੋ ਦੇਨ ਸੁਨਾਏ, ਰਾਵਰ ਕੇ ਮੈਂ ਪਾਏ ਰਜਾਏ। ਸ਼੍ਰੀ ਅੰਗਦ ਸੁਨ ਪਰਮ ਵਡੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ, ਗੁਰੂ ਸਵਾਰੇ, ਗੁਰੂ ਪਿਆਰੇ, ਸਤਿਗੁਰਾਂ ਦੇ ਸਾਜੇ ਨਵਾਜੇ, ਗੁਰੂ ਕਾ ਖਾਲਸਾ, ਸਾਧ ਸੰਗਤ ਮਾਈ ਭਾਈ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋਂ ਜੋ ਧੰਨ ਸਾਹਿਬ ਕਮਾਲ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੋਕ ਅਤੇ ਪਰਲੋਕ ਦੇ ਵਿੱਚ ਪਦ ਢੱਕਣ ਹਾਰੇ, ਦੀਨ ਦੁਨੀਆ ਦੇ ਮਾਲਕ, ਗਰੀਬਾਂ ਅਨਾਥਾਂ ਦੀ ਰੱਖਿਆ ਕਰਨ ਵਾਲੇ, ਜ਼ਾਲਮਾਂ ਦਾ ਨਾਸ਼ ਕਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ, ਐਸੇ ਗਰੀਬ ਨਵਾਜ਼ ਜਿਨ੍ਹਾਂ ਦੇ ਪਰਉਪਕਾਰਾਂ ਦਾ ਅੰਤ ਹੀ ਨਹੀਂ ਪਾਇਆ ਜਾਂਦਾ, ਬੇਅੰਤੋਂ ਬੇਅੰਤ ਹੈ, ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸਣ ਦਾ, ਸੋਹਣੇ ਦਰਸ਼ਨ ਕਰਨ ਦਾ ਸੋਹਣਾ ਸੁਹਾਵਣਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਕੀ ਸੰਗਤ ਕਰਨ ਦਾ ਮਹਾਤਮ ਬਹੁਤ ਵੱਡਾ ਹੈ, ਪਰ ਐਸਾ ਗੁਰਾਂ ਦਾ ਅਸਥਾਨ ਜਿੱਥੇ ਗੁਰਾਂ ਨੇ ਜੁਗਾਂ ਪ੍ਰਮਾਣ ਤਪ ਤਪੱਸਿਆ ਕੀਤੀ ਹੋਵੇ, ਜਿੱਥੇ ਸਤਿਗੁਰਾਂ ਦੇ ਪ੍ਰਤੱਖ ਪਹਿਰੇ ਵਰਤਦੇ ਹੋਣ, ਜਿੱਥੇ ਸਤਿਗੁਰੂ ਸਦਾ ਵਾਸਤੇ ਹਾਜ਼ਰ ਨਾਜ਼ਰ ਕਰਕੇ ਜਾਣੇ ਜਾਂਦੇ ਹੋਣ, ਐਸੇ ਜਗ੍ਹਾ ਤੇ ਅਸਥਾਨ ਤੇ ਸਤਿਗੁਰਾਂ ਦੇ ਚਰਨ ਪਰਸਣੇ ਦਰਸ਼ਨ ਕਰਨੇ ਇਸ ਤੋਂ ਵੱਡੇ ਭਾਗ ਹੋ ਹੀ ਨਹੀਂ ਸਕਦੇ। ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ ਜਿਨ੍ਹਾਂ ਨੂੰ ਐਸੇ ਸਤਿਗੁਰਾਂ ਦੇ ਚਰਨ ਪਰਸਣ ਦਾ, ਸਤਿਗੁਰਾਂ ਦੇ ਸੋਹਣੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਵਡਭਾਗੇ ਗੁਰਸਿੱਖਾਂ ਦੀਆਂ ਨਿਸ਼ਾਨੀਆਂ ਹਨ। ਬੇਅੰਤੀ ਗੁਰੂ ਕੇ ਸਿੱਖ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਮਨ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹਿੰਦੇ ਹੈ। ਮਨ ਵਿੱਚ ਇੱਕ ਤਾਂਘ ਬਣੀ ਰਹਿੰਦੀ ਹੈ, ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਸਾਨੂੰ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਬਖਸ਼ਣ। ਮਨ ਕਰਕੇ ਤੇ ਬਹੁਤ ਸਰੀਰ ਜੁੜਦੇ ਹੈ, ਪਰ ਸਰੀਰ ਕਰਕੇ ਵਡਭਾਗੇ ਗੁਰਸਿੱਖਾਂ ਨੂੰ ਇਹ ਸਮਾਂ ਪ੍ਰਾਪਤ ਹੁੰਦਾ ਹੈ। ਸੋ ਆਪ ਬਹੁਤ ਵਡਭਾਗੇ ਹੋ ਜੋ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸ ਰਹੇ ਹੋ, ਸੋਹਣੇ ਦਰਸ਼ਨ ਕਰ ਰਹੇ ਹੋ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਗੁਰੂ ਕੇ ਸਿੱਖ ਜੋ ਹਿਰਦਾ ਕਰਕੇ ਵੀ ਗੁਰੂ ਦੇ ਨਾਲ ਜੁੜੇ ਹੈ, ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਮਨ ਕਰਕੇ ਜੁੜਨਾ ਵੀ ਕੋਈ ਘਟ ਨਹੀਂ ਹੈ। ਸੋ ਨਿਤਨੇਮ ਦੀ ਮਰਜ਼ਾਦਾ ਅਨੁਸਾਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੇ ਵਰੋਸਾਏ ਹੋਏ ਸਿੰਘ ਸਾਹਿਬ ਜੀ ਨੇ ਸਤਿਗੁਰਾਂ ਨੂੰ ਨਿਤਨੇਮ ਦੀ ਮਰਜ਼ਾਦਾ ਅਨੁਸਾਰ ਦੇਗਾਂ ਦੇ ਭੋਗ ਲਵਾਏ ਹੈ। ਉਪਰੰਤ ਇਹ ਜੋ ਪਿਛਲੇ ਪਹਿਰ ਦੇ ਦੀਵਾਨ ਸਜਦੇ, ਜਿਨ੍ਹਾਂ ਵਿੱਚ ਕੀਰਤਨ ਦੀ ਸ਼ਾਬਰ ਲੱਗਦੀ, ਉਪਰੰਤ ਗੁਰੂ ਕੀ ਕਥਾ, ਗੁਰ ਇਤਿਹਾਸ ਦੀ ਕਥਾ ਗੁਰੂ ਕੀਆਂ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ, ਉਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਵੱਡੀ ਭਾਰੀ ਕਿਰਪਾ ਕੀਤੀ, ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰਾ
ਗੁਰੂ ਕੇ ਸਿੱਖਾਂ ਦਾ ਪੰਥ ਜਿਹੜਾ ਹੈ ਉਹ ਚਲਾਇਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਜਿਹਨੂੰ ਅਵਿਦਿਆ ਅਗਿਆਨਤਾ ਆਦਿਕ ਦੀ ਮਲ ਨਹੀਂ ਲੱਗੀ ਹੋਈ, ਮਾਇਆ ਦੀ ਮਲ ਨਹੀਂ ਲੱਗੀ ਹੋਈ, ਸੁੱਧ ਨਿਰੋਲ, ਜਿਸ ਦੀ ਸੁੱਧਤਾ ਨੂੰ ਨਿਰੋਲਤਾ ਨੂੰ ਅੱਗੇ ਚਾਰ ਚੰਦ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲਾਏ ਨਾਮ ਖਾਲਸਾ ਰੱਖ ਕੇ, ਕਿਉਂਕਿ ਖਾਲਸ ਨਾਮ ਸੁੱਧ ਦਾ ਹੈ। ਆਮ ਹੀ ਦੁਕਾਨ ਤੇ ਕੋਈ ਸਮਾਨ ਲੈਣ ਆਦਮੀ ਜਾਵੇ ਤੇ ਦੁਕਾਨਦਾਰ ਨੂੰ ਕਹਿੰਦਾ ਭਾਈ ਖਾਲਸ ਦਵੀਂ, ਸੁੱਧ ਹੋਣਾ ਚਾਹੀਦਾ, ਮਿਲਾਵਟ ਵਾਲਾ ਨਾ ਹੋਵੇ। ਖਾਲਸੇ ਦੇ ਭਾਵ ਅਰਥ ਤਾਂ ਕਈ ਬਣਦੇ ਆ। ਜੋ ਰਾਜੇ ਦੀ ਸਿੱਧੀ ਮਤਹਿਤ ਜਗੀਰ ਹੋਵੇ ਉਹਨੂੰ ਵੀ ਖਾਲਸਾ ਕਿਹਾ ਜਾਂਦਾ ਹੈ, ਸੁੱਧ ਨੂੰ ਵੀ ਖਾਲਸਾ ਕਿਹਾ ਜਾਂਦਾ ਹੈ। ਧੰਨ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਇਹ ਗੁਰੂ ਕੇ ਸਿੱਖਾਂ ਦਾ ਪੰਥ ਸਾਰੀ ਦੁਨੀਆ ਤੋਂ ਨਿਆਰਾ ਵੱਖਰਾ ਸਾਜਿਆ, ਜਿਸ ਦੀ ਪ੍ਰਥਮਿਕਤਾ ਜਿਹੜੀ ਹੈ ਉਹ ਹੈ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ। ਤਿੰਨ ਅਸੂਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਹਰ ਗੁਰਸਿੱਖ ਵਾਸਤੇ ਲਾਜ਼ਮੀ ਕੀਤੇ। ਕਿਰਤ ਕਰਨੀ ਹੈ ਧਰਮ ਦੀ, ਪਾਪ ਦੀ ਨਹੀਂ ਕਰਨੀ ਹੈ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵਾਂ। ਧਰਮ ਦੀ ਕਿਰਤ ਕਰਨੀ ਤੇ ਮੁੜ ਕੇ ਦਾਨ ਕਰਨਾ, ਵੰਡ ਕੇ ਛਕਣਾ ਤੇ ਸਿਮਰਨ ਕਰਨਾ। ਸੰਸਾਰ ਦਾ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦੇ ਵਿੱਚ ਪੈਦਾ ਹੋਇਆ ਹੈ, ਚਾਹੇ ਉਹ ਨਾਸਤਿਕ ਹੈ ਚਾਹੇ ਆਸਤਿਕ ਹੈ, ਕਿਰਤ ਤਾਂ ਵੀ ਹਰ ਇੱਕ ਨੂੰ ਕਰਨੀ ਪੈਂਦੀ ਹੈ। ਪਰ ਜਿਹੜੀ ਧਰਮ ਦੀ ਕਿਰਤ ਕਰਨੀ ਹੈ ਉਹਦੇ ਵਿੱਚ ਬਰਕਤ ਹੈ, ਉਹਦੇ ਵਿੱਚ ਕਦੀ ਟੋਟਾ ਨਹੀਂ ਆਉਂਦਾ। ਤੇ ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਪੁੰਨ ਦਾਨ ਕਰਨਾ। ਸੋ ਇਸੇ ਪ੍ਰਕਾਰ ਵੰਡ ਕੇ ਆਪ ਛਕਣਾ, ਹੋਰਨਾਂ ਨੂੰ ਵੀ ਛਕਾਉਣਾ। ਕੁਰੰਡੀਏ ਸੱਪ ਬਣ ਕੇ ਨਹੀਂ ਮਾਇਆ ਦੇ ਬੈਠੇ ਰਹਿਣਾ ਹੈ। ਤੇ ਨਾਮ ਜਪਣਾ, ਜਿਸ ਕਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ। ਜਿਸ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਇਹ ਨਿਆਮਤਾਂ ਭੋਗ ਰਹੇ ਹੈ, ਚੰਗੇ ਭੋਜਨ ਛਕ ਰਹੇ ਹੈ, ਚੰਗੇ ਕੱਪੜੇ ਪਹਿਨ ਰਹੇ ਹੈ, ਚੰਗੀਆਂ ਕੀਮਤੀ ਗੱਡੀਆਂ 'ਤੇ ਬੈਠ ਕੇ ਹੂਟੇ ਲੈ ਰਹੇ ਹੈ, ਚੰਗੇ ਮਕਾਨਾਂ ਵਿੱਚ ਰਹਿ ਰਹੇ ਹੈ, ਕਿੰਨੇ ਪ੍ਰਕਾਰ ਦੇ ਫਲ ਛਕ ਰਹੇ ਹੈ, ਕਿੰਨੇ ਪ੍ਰਕਾਰ ਦੀਆਂ ਹੋਰ ਸੁਵਿਧਾ ਸਾਨੂੰ ਦਿੱਤੀਆਂ ਹੋਈਆਂ। ਇਹ ਸਾਰਿਆਂ ਦਾ ਆਨੰਦ ਮਾਣ ਕੇ ਤੇ ਉਹਨੂੰ ਯਾਦ ਕਰਨਾ ਹੈ। ਕਰਤੇ ਪੁਰਖ ਤੇਰਾ, ਦੇਣ ਅਸੀਂ ਦੇ ਹੀ ਨਹੀਂ ਸਕਦੇ। ਅਕਾਲ ਪੁਰਖ ਇਹ ਵਸਤੂਆਂ ਤੁਸੀਂ ਸਾਨੂੰ ਦਿੱਤੀਆਂ ਹਨ, ਤੁਹਾਡਾ ਦਿੱਤਾ ਖਾ ਰਹੇ ਹੈ। ਇਹ ਸਦਾ ਵਾਸਤੇ ਆਪਣੇ ਹਿਰਦੇ ਵਿੱਚ ਬਚਨ ਵਸਾ ਕੇ ਤੇ ਉਸ ਪਰਮੇਸ਼ਵਰ ਨੂੰ ਯਾਦ ਰੱਖਣਾ। ਐਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਧਰਮ ਦੀ ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ, ਇਹ ਸਿੱਖੀ ਦੇ ਸਿਧਾਂਤ ਦੇ ਕੇ ਗੁਰੂ ਕੀ ਸਿੱਖੀ ਦੀ ਨੀਂਹ ਰੱਖੀ ਸੀਗੀ। ਉਹਨਾਂ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਾਧ ਸੰਗਤ ਜੀ ਚੱਲ ਰਿਹਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹੈ। ਕਰਤਾਰਪੁਰ ਸਾਹਿਬ ਸ਼ਾਹੂਕਾਰ ਵੱਲੋਂ, ਲਾਹੌਰ ਦਾ ਸ਼ਾਹੂਕਾਰ ਹੈ, ਜਿਹਨੇ ਇਹ ਧਰਤੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਪੀ। ਹਉਮੈ ਕਰਕੇ ਆਇਆ ਸੀ, ਹਉਮੈ ਟੁੱਟ ਗਈ, ਚਰਨੀ ਪੈ ਗਿਆ ਗੁਰਾਂ ਦੇ, ਮੁਆਫੀਆਂ ਮੰਗੀਆਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੈਨੂੰ ਖਿਮਾ ਕਰ ਦੇਵੋ, ਇਹ ਮੇਰੀ ਭੇਟਾ ਪ੍ਰਵਾਨ ਕਰੋ। ਇਹ ਜ਼ਮੀਨ ਜਿਹੜੀ ਹੈ ਮੈਂ ਆਪ ਜੀ ਨੂੰ ਭੇਟਾ ਕਰਦਾ ਹਾਂ, ਨਗਰ ਵਸਾਉਣਾ ਚਾਹੁੰਦਾ ਹਾਂ ਆਪ ਜੀ ਦੇ ਨਾਮ ਤੇ। ਮਹਾਰਾਜ ਨੇ ਮਨਾ ਕੀਤਾ, ਕਹਿਣ ਲੱਗਾ ਜੇ ਮੇਰੀ ਭੇਟਾ ਪ੍ਰਵਾਨ ਨਹੀਂ ਹੋਵੇਗੀ ਮੈਂ ਸਮਝਾਂਗਾ ਮੈਨੂੰ ਮੁਆਫੀ ਨਹੀਂ ਮਿਲੀ, ਇਸ ਵਾਸਤੇ ਇਹ ਮੇਰੀ ਭੇਟਾ ਪ੍ਰਵਾਨ ਕਰੋ। ਤਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਸ਼ਾਹੂਕਾਰ ਦੀ ਭੇਟਾ ਪ੍ਰਵਾਨ ਕੀਤੀ ਸੀਗੀ। ਲਾਹੌਰ ਤੋਂ ਮਜ਼ਦੂਰ ਕਾਰੀਗਰ ਬੁਲਾ ਕੇ ਕੁਛ ਹੀ ਦਿਨਾਂ ਵਿੱਚ ਨਗਰ ਵਸਾਤਾ ਕਰਤਾਰਪੁਰ ਸਾਹਿਬ, ਜਿਸ ਦੀ ਮਹਾਨਤਾ ਨੂੰ
ਧੰਨ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਗਰੀਬ ਨਿਵਾਜ ਜੀ ਨੇ ਗੁਰਬਾਣੀ ਵਿੱਚ ਦਰਜ ਕੀਤਾ ਹੈ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਉਹ ਕਰਤੇ ਦਾ ਕਰਤਾਰਪੁਰ, ਗੁਰਾਂ ਨੇ ਨਾਨਕਿਆਣਾ ਨਾਮ ਨਹੀਂ ਰਖਾਇਆ ਆਪਣੇ ਨਾਮ ਤੇ, ਕਰਤੇ ਪੁਰਖ ਵਾਹਿਗੁਰੂ ਦੇ ਨਾਮ ਤੇ ਨਾਮ ਕਰਤਾਰਪੁਰ ਸਾਹਿਬ ਰੱਖਿਆ। ਉੱਥੇ ਹੀ ਸੰਗਤਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਦਰਸ਼ਨ ਦੇ ਰਹੇ ਹਨ। ਕੱਲ ਆਪ ਜੀ ਨੇ ਸਰਵਣ ਕੀਤਾ ਸੀਗਾ, ਬਾਬਾ ਬਾਲਾ ਸਾਹਿਬ ਨੂੰ ਜਗਤ ਮਾਤਾ ਮਾਤਾ ਸੁਲੱਖਣੀ ਜੀ ਆਪਣੇ ਪਾਸ ਬੁਲਾਇਆ। ਬਾਬੇ ਬਾਲੇ ਜੀ ਨੂੰ ਮਾਤਾ ਜੀ ਨੇ ਕਿਹਾ ਸੀ, ਭਾਈ ਬਾਲਿਆ, ਤਪਾ ਜੀ ਸਾਰਾ ਜੀਵਨ ਭਾਰੀ ਯਾਤਰਾ ਤੇ ਰਹੇ ਹੈ, ਹੁਣ ਅਵਸਥਾ ਉਹਨਾਂ ਦੀ ਜਿਹੜੀ ਹੈ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਬਾਹਰ ਲੰਬੀ ਯਾਤਰਾ ਤੇ ਨਾ ਹੀ ਜਾਣ ਤਾਂ ਚੰਗਾ ਹੈ। ਤੂੰ ਰਹਿਣਾ ਹੈ, ਤੈਨੂੰ ਕਦੀ ਵੀ ਨਾਲ ਲੈ ਕੇ ਤੁਰ ਪੈਂਦੇ ਯਾਤਰਾ ਵਾਸਤੇ, ਤੇ ਤੂੰ ਨਾ ਹੀ ਇੱਥੇ ਰਹੇ, ਨਾ ਮਹਾਰਾਜ ਯਾਤਰਾ ਨੂੰ ਜਾਣ। ਇਹ ਵਚਨ ਬਾਬਾ ਬਾਲਾ ਜੀ ਨੇ ਸੁਣੇ, ਆਪਣੇ ਮਨ ਵਿੱਚ ਸਹੀ ਸਮਝਿਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਾਸ ਆਏ, ਅਰਜ਼ ਕੀਤੀ ਸੀ, ਗਰੀਬ ਨਿਵਾਜ ਸਰੀਰ ਬਿਰਧ ਹੋ ਗਿਆ ਹੈ, ਕਿਰਪਾ ਕਰੋ, ਮੈਨੂੰ ਹੁਕਮ ਹੋਵੇ ਤੇ ਮੈਂ ਆਪਣੇ ਨਗਰ ਨੂੰ ਚਲਾ ਜਾਵਾਂ। ਗਰੀਬ ਨਿਵਾਜ ਵੀ ਆਉਣ ਵਾਲਾ ਸਮਾਂ ਦੇਖ ਕੇ ਆਗਿਆ ਦੇ ਦਿੱਤੀ। ਬਾਬੇ ਬਾਲੇ ਜੀ ਨੇ ਪੁੱਛਿਆ ਸੀ, ਮਹਾਰਾਜ ਆਪ ਜੀ ਤੋਂ ਬਾਅਦ ਗੁਰਤਾ ਗੱਦੀ ਤੇ ਕੌਣ ਸੁਭਾਏਮਾਨ ਹੋਵੇਗਾ, ਦੋਨਾਂ ਸਾਹਿਬਜ਼ਾਦਿਆਂ ਵਿੱਚੋਂ ਜਾਂ ਕੋਈ ਹੋਰ? ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੀ, ਭਾਈ ਬਾਲੇ, ਸਾਡੇ ਦੋਨਾਂ ਸਾਹਿਬਜ਼ਾਦਿਆਂ ਦੇ ਮਸਤਕ ਵਿੱਚ ਗੁਰਤਾ ਗੱਦੀ ਦੀ ਪ੍ਰਾਪਤੀ ਨਹੀਂ ਹੈ, ਇਹ ਤੇਹਣ ਲੈਣੇ ਹੋਣਗੇ ਬਾਬਾ ਜੀ। ਸਾਡੇ ਸਰੀਰ ਦੇ ਨਾਲ ਅੰਗ ਲੱਗਣ ਕਰਕੇ ਉਹ ਅੰਗਦ ਬਣ ਜਾਣਗੇ, ਸਾਡਾ ਸਰੀਰ ਦਾ ਹਿੱਸਾ ਬਣ ਜਾਣਗੇ, ਤੇ ਉਹ ਇਸ ਗੁਰਤਾ ਗੱਦੀ ਦੇ ਮਾਲਕ ਹੋਣਗੇ। ਬਾਬਾ ਬਾਲਾ ਜੀ ਆਗਿਆ ਲੈ ਕੇ ਖਿਮਾ ਜਾਚਨਾ ਕਰਕੇ, ਮਹਾਰਾਜ ਸਾਰਾ ਜੀਵਨ ਹੀ ਤੁਹਾਡੇ ਚਰਨਾਂ ਵਿੱਚ ਬਤੀਤ ਹੋਇਆ ਹੈ, ਸੇਵਾ ਕਰਦਿਆਂ ਕਿੱਥੇ ਵੀ ਕੋਈ ਭੁੱਲ ਹੋ ਗਈ ਹੋਵੇ ਤੇ ਮੈਨੂੰ ਖਿਮਾ ਕਰ ਦੇਣਾ। ਮਹਾਰਾਜ ਮੈਨੂੰ ਚਰਨਾਂ ਨਾਲ ਜੋੜ ਕੇ ਰੱਖਣਾ। ਸੱਚੇ ਪਾਤਸ਼ਾਹ ਨੇ ਬਾਚਨ ਕੀਤੇ ਸੀ, ਭਾਈ ਬਾਲਿਆ, ਸਰੀਰਾਂ ਦਾ ਮਿਲਣਾ ਜਿੱਥੇ ਲਿਖਿਆ ਉੱਥੇ ਵਿਛੜਨਾ ਵੀ ਲਿਖਿਆ ਹੈ, ਪਰ ਜਿਸ ਤਰ੍ਹਾਂ ਤੂੰ ਹਿਰਦਾ ਕਰਕੇ ਸਾਡੇ ਨਾਲ ਮਿਲਿਆ ਹੈ, ਸਦਾ ਹੀ ਮਿਲਿਆ ਰਹੇਗਾ। ਹਿਰਦੇ ਦੇ ਕਦੀ ਵੀ ਸਾਡੇ ਦੇ ਵਿੱਚੋਂ ਤੂੰ ਬਾਹਰ ਨਹੀਂ ਹੋਵੇਂਗਾ, ਦੂਰ ਨਹੀਂ ਹੋਵੇਂਗਾ। ਤੂੰ ਤੇ ਅਸੀਂ ਇੱਕ ਸਰੂਪ ਹੋ ਚੁੱਕੇ ਹਾਂ। ਐਂ ਆਗਿਆ ਲੈ ਕੇ ਬਾਬਾ ਬਾਲਾ ਜੀ ਆਪਣੇ ਨਗਰ ਰਾਏ ਭੋਏ ਦੀ ਤਲਵੰਡੀ ਨੂੰ ਚਲੇ ਗਏ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹੈ, ਔਰ ਬਾਬਾ ਬਾਲਾ ਸਾਹਿਬ ਜੀ ਇਹ ਸਾਰੀ ਕਥਾ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਨੂੰ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਰਵਣ ਕਰਵਾ ਰਹੇ ਹੈ। ਐਸੀ ਧਰਤੀ ਹੈ ਖਡੂਰ ਸਾਹਿਬ ਦੀ, ਜਿਹਨੂੰ ਹਜ਼ੂਰ ਸਾਹਿਬ ਦੀ ਬਰਾਬਰਤਾ ਗੁਰੂ ਕੇ ਖਾਲਸੇ ਨੇ ਦਿੱਤੀ ਹੋਈ ਹੈ। ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਹਜ਼ੂਰ ਸਾਹਿਬ ਨੂੰ ਜਾਣਾ ਸੋਚਣਾ ਹੀ ਬਹੁਤ ਵੱਡੀ ਗੱਲ ਸੀ, ਉੱਥੇ ਕਹਾਵਤ ਬਣੀ ਹੋਈ ਸੀ, ਜੋ ਜਾ ਨਹੀਂ ਸਕੇ ਹਜ਼ੂਰ, ਦਰਸ਼ਨ ਕਰ ਲੈ ਜਾ ਕੇ ਖਡੂਰ। 8 ਸਤਿਗੁਰਾਂ ਨੇ ਚਰਨ ਪਾ ਕੇ ਨਿਹਾਲ ਕੀਤਾ ਖਡੂਰ ਸਾਹਿਬ ਦੀ ਧਰਤੀ ਨੂੰ, ਅਨੇਕਾਂ ਕੌਤਕ ਕੀਤੇ। ਐਸੀ ਪਾਵਨ ਧਰਤੀ ਤੇ ਬਾਬਾ ਬਾਲਾ ਸਾਹਿਬ ਜੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਸਾਰੀ ਕਥਾ ਸਰਵਣ ਕਰਵਾ ਰਹੇ ਹੈ। ਇੱਥੋਂ ਹੀ ਅੱਗੇ ਆਰੰਭਤਾ ਹੋ ਰਹੀ। ਬਾਬਾ ਬਾਲਾ ਜੀ ਰਾਏ ਭੋਏ ਦੀ ਤਲਵੰਡੀ ਅਜੋਕਾ ਨਨਕਾਣਾ ਸਾਹਿਬ ਮਹਾਰਾਜ ਤੋਂ ਆਗਿਆ ਲੈ ਕੇ ਪਹੁੰਚ ਗਏ ਹੈ। ਇਸ ਤੋਂ ਅੱਗੇ ਆਰੰਭਤਾ ਹੋ ਰਹੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਦਾ ਭਾਵਨਾ ਦੇ ਸਾਹਿਤ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ ਚੌਪਈ। ਸ੍ਰੀ ਅੰਗਦ ਸੋਨ ਪਰਮ ਵਡੇਰੇ। ਬਾਬਾ ਬਾਲਾ ਜੀ ਬੇਨਤੀ ਕਰਦੇ, ਮਹਾਰਾਜ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਗਰੀਬ ਨਿਵਾਜ ਜੀ
ਆਪ ਪਰਮ ਪੂਰਨ ਸਮਰੱਥ ਹੋ, ਪਰ ਤੁਸਾਂ ਹੁਕਮ ਕੀਤਾ ਭਾਈ ਬਾਲਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਥਾ ਸਾਨੂੰ ਸੁਣਾ। ਇਸ ਵਾਸਤੇ ਮੈਂ ਆਪ ਜੀ ਨੂੰ ਸਰਵਣ ਕਰਵਾ ਰਿਹਾ ਹਾਂ। ਆਪ ਸਾਰੀ ਕਥਾ ਜਾਣਦੇ ਹੋ, ਫਿਰ ਵੀ ਆਪ ਸਰਵਣ ਕਰੋ ਹੁਕਮ ਦੇ ਮੁਤਾਬਕ ਜੋ ਆਪ ਨੇ ਦਿੱਤਾ ਹੋਇਆ। ਹੋਤੇ ਜਿਤੇਕ ਹਿਰਦੇ ਸੁਧ ਮੇਰੇ। ਕਹਿਣ ਲੱਗੇ ਬਾਬਾ ਬਾਲਾ ਜੀ, ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਜਿੰਨੀ ਕਿ ਤੁਸਾਂ ਮੈਨੂੰ ਸੋਝੀ ਦਿੱਤੀ ਹੋਈ ਹੈ, ਤੇ ਕਥਾ ਇਹੋ ਦੇਨ ਸੁਨਾਏ। ਉਹ ਸਾਰੀ ਕਥਾ ਤੁਹਾਡੀ ਦਿੱਤੀ ਹੋਈ ਮਤ ਸਮਤ ਮੁਤਾਬਕ ਮੈਂ ਆਪ ਜੀ ਨੂੰ ਸਰਵਣ ਕਰਵਾ ਦਿੱਤੀ ਹੈ। ਰਾਵਰ ਕੇ ਮੈਂ ਪਾਏ ਰਜਾਏ। ਆਪ ਜੀ ਨੇ ਹੁਕਮ ਕੀਤਾ ਸੀ ਭਾਈ ਬਾਲਿਆ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਥਾ ਸਾਨੂੰ ਸਰਵਣ ਕਰਵਾ। ਤੁਹਾਡੇ ਹੁਕਮ ਮੁਤਾਬਕ ਜਿੰਨੀ ਕਿ ਸਮਤ ਤੁਸਾਂ ਮੈਨੂੰ ਦਿੱਤੀ ਉਹਦੇ ਮੁਤਾਬਕ ਮਹਾਰਾਜ ਆਪ ਜੀ ਨੂੰ ਮੈਂ ਸਰਵਣ ਕਰਵਾ ਦਿੱਤੀ ਹੈ ਕਥਾ। ਤਲਵੰਡੀ ਮਹਿ ਰਹਿਓ ਬਹੋਰੇ। ਇਸ ਤਰ੍ਹਾਂ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਆਗਿਆ ਲੈ ਕੇ ਮੈਂ ਕਰਤਾਰਪੁਰ ਸਾਹਿਬ ਤੋਂ ਰਾਏ ਭੋਏ ਦੀ ਤਲਵੰਡੀ ਚਲਾ ਗਿਆ। ਧਿਆਨ ਕਰੋ ਬੰਦੋਂ ਤੇ ਹਠਾਉਰੇ। ਤੇ ਮੈਂ ਤਲਵੰਡੀ ਜਾ ਕੇ ਸੁਰਤੀ ਮੇਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਹੀ ਲੱਗੀ ਰਹਿੰਦੀ ਹੈ। ਕੋਈ ਕੰਮਕਾਰ ਕਰਦਾ ਨਹੀਂ ਹਾਂ ਮੈਂ, ਹਰ ਵੇਲੇ ਮੇਰੀ ਸੁਰਤੀ ਗੁਰਾਂ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ। ਜਬ ਮੈਂ ਸੁਨਿਓ ਦੁਤਿ ਕੀਆ ਬੇਖਾ। ਜਦ ਮਹਾਰਾਜ ਮੈਨੂੰ ਪਤਾ ਲੱਗਿਆ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਾਰਨ ਕਰ ਗਏ ਹੈ, ਜੋਤੀ ਸਰੂਪ ਦੇ ਵਿੱਚ ਲੀਨ ਹੋ ਗਏ ਹੈ, ਤੇ ਉਹਨਾਂ ਦੀ ਜਗ੍ਹਾ ਤੇ ਦੂਸਰੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਹਨ। ਦਰਸ ਹੇਤ ਭੇ ਚਾਹੇ ਵਿਸ਼ੇਖਾ। ਤੇ ਮਹਾਰਾਜ ਮੇਰੇ ਮਨ ਵਿੱਚ ਬਹੁਤ ਖਿੱਚ ਪਈ, ਚਾਹਨਾ ਪਈ ਆਪ ਜੀ ਦੇ ਦਰਸ਼ਨ ਕਰਨ ਵਾਸਤੇ। ਤਤ ਛੇਨ ਤੁਮਰੇ ਆਏ ਸਮੀਪਾ। ਤੇ ਉਸੇ ਵੇਲੇ ਮਹਾਰਾਜ ਮੈਂ ਚੱਲ ਕੇ ਤੁਹਾਡੇ ਪਾਸ ਆਇਆ। ਦਰਸੇ ਤੁਮ ਤੇ ਹਣ ਕੁਲ ਦੀਪਾ। ਤੇ ਆਣ ਕੇ ਗਰੀਬ ਨਵਾਜ ਆਪ ਜੀ ਦੇ ਦਰਸ਼ਨ ਕੀਤੇ ਹਨ। ਸੋ ਸ਼੍ਰੀ ਨਾਨਕ ਹੋ ਤੁਮ ਉਹੇ। ਇਸ ਵਾਸਤੇ ਗਰੀਬ ਨਵਾਜ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਨ, ਆਪ ਜੀ ਵਿੱਚੋਂ ਉਸੇ ਸਰੂਪ ਦੇ ਦਰਸ਼ਨ ਹੋ ਰਹੇ ਨੇ। ਨਾਨਕ ਤੂੰ ਲੈਣਾ ਤੂੰ ਹੈ, ਲੈਣਦਾਰ ਬਣ ਕੇ ਲੈਣੇ ਸਾਰੇ ਲੈ ਲਏ। ਗੁਰਾਂ ਨੇ ਗਲ ਨਾਲ ਲਾ ਕੇ ਆਪਣਾ ਅੰਗ ਬਣਾ ਲਿਆ, ਗੁਰੂ ਅੰਗਦ ਦੇਵ ਬਣਾ ਲਿਆ, ਥਾਪ ਲਿਆ। ਮਹਾਰਾਜ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਨ ਉਹੀ ਆਪ ਸਰੂਪ ਹੋਂ। ਹੈ ਪ੍ਰਤੀਤ ਅਤਿਸ਼ਾ ਦ੍ਰਿੜ ਮੋਹੇ। ਇਹ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਪੂਰਨ ਭਰੋਸਾ ਹੈ। ਮੈਂ ਸਾਰਾ ਜੀਵਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਾਲ ਬਤੀਤ ਕੀਤਾ ਹੈ। ਸੰਸਾਰੀ ਜਿਹੜੀ ਅਵਸਥਾ ਤਕਰੀਬਨ ਸਤਿਗੁਰਾਂ ਦੀ 70 ਕੁ ਸਾਲ ਹੋਈ ਹੈ ਸਾਧ ਸੰਗਤ ਜੀ। ਕੁਛ ਦਿਨ ਘੱਟ ਹੀ ਹੋਏ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਕੱਤਕ ਦੀ ਪੂਰਨਮਾਸ਼ੀ ਨੂੰ ਗੁਰਾਂ ਨੇ ਇਹ ਕੌਤਕ ਕੀਤਾ ਸੀਗਾ ਅਵਤਾਰ ਧਾਰਨ ਦਾ। ਸੋ ਇਸੇ ਪ੍ਰਕਾਰ ਇਹ ਸੰਸਾਰੀ ਅਵਸਥਾ ਮਹਾਰਾਜ ਨੇ 70 ਕੁ ਸਾਲ ਦੀ ਭੋਗੀ ਹੈ। ਤੇ ਬਾਬਾ ਬਾਲਾ ਜੀ ਜਿਹੜੇ ਹਨ ਉਹ ਸਤਿਗੁਰਾਂ ਤੋਂ ਸੰਸਾਰੀ ਅਵਸਥਾ ਦੇ ਵਿੱਚ 5 ਕੁ ਸਾਲ ਵੱਡੇ ਸਨ। ਕਹਿਣ ਲੱਗੇ ਜੀ ਮੈਂ ਸਾਰਾ ਜੀਵਨ ਹੀ ਗੁਰਾਂ ਦੇ ਸੰਗ ਰਿਹਾ ਹੈ। ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਨ ਉਹੀ ਸਰੂਪ ਆਪ ਹੋਂ। ਆਪਣੇ ਕਥਾ ਆਪ ਲਿਖਵਾਏ। ਮਹਾਰਾਜ ਮੈਂ ਕੌਣ ਹੁੰਦਾ ਹੈਗਾ ਇਹ ਕਥਾ ਸੁਣਾਉਣ ਵਾਲਾ ਲਿਖਵਾਉਣ ਵਾਲਾ? ਇਹ ਤੁਸਾਂ ਕਿਰਪਾ ਕੀਤੀ, ਤੁਹਾਡੀ ਕਥਾ ਸੀਗੀ ਤੇ ਤੁਸਾਂ ਆਪ ਹੀ ਲਿਖਵਾ ਲਈ ਹੈ ਮੇਰੇ ਪਾਸੋਂ। ਦਾਸ ਜਾਨ ਮੁਝ ਦਿਨ ਵਡਾਏ। ਇਹ ਤੇ ਗਰੀਬ ਨਵਾਜ ਤੁਸਾਂ ਕਿਰਪਾ ਕੀਤੀ ਹੈ, ਕਿਉਂਕਿ ਬਿਰਧ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਆਪਣੇ ਸੇਵਕਾਂ ਨੂੰ ਵਡਿਆਈ ਦੇਣੀ, ਤੇ ਉਸ ਮਰਜ਼ਾਦਾ ਅਨੁਸਾਰ ਮੈਨੂੰ ਆਪਣਾ ਸੇਵਕ ਜਾਣ ਕੇ ਤੁਸਾਂ ਵਡਿਆਈ ਮੈਨੂੰ ਦਿੱਤੀ। ਬਾਕੀ ਕਥਾ ਦਾ ਮਹਾਰਾਜ ਤੁਸੀਂ ਆਪ ਸਾਰੀ ਲਿਖਵਾਈ ਹੈ। ਸਭ ਬੇਦ ਅੰਤਰ ਜਾਮੇ ਜਾਣੋ। ਇਹ ਗਰੀਬ ਨਵਾਜ ਤੁਸੀਂ ਸਾਰੀਆਂ ਵਿਧੀਆਂ ਨੂੰ ਜਾਣਨ ਹਾਰੇ ਹੋ, ਸਾਰੇ ਬਚਨ ਨੂੰ ਜਾਣਨ ਵਾਲੇ ਹੋ ਜੀ। ਤੇਨ ਕਾਲ ਕੇ ਬਾਤ ਬਖਾਨ ਹੋ। ਇਹ ਸੱਚੇ ਪਾਤਸ਼ਾਹ ਮਹਾਰਾਜ ਇਹ ਬੀਤੇ ਹੋਏ ਨੂੰ ਜਾਣਨਾ ਕਰਨਾ ਤਾਂ ਕੋਈ ਔਖਾ ਨਹੀਂ ਹੈ।
ਆਪ ਜੀ ਤੇ ਤ੍ਰੈਕਾਲ ਦਰਸੀ ਹੋ। ਅੱਗੇ ਕੀ ਹੋਣਾ, ਕੀ ਚੱਲ ਰਿਹਾ, ਬੀਤਿਆ ਕੀ ਹੈ, ਮਹਾਰਾਜ ਤਿੰਨਾਂ ਕਾਲਾਂ ਨੂੰ ਆਪ ਜੀ ਸਮਝਦੇ ਹੋ, ਜਾਣਦੇ ਹੋ ਜੀ। ਸੁਨੇ ਕਥਾ ਸ਼੍ਰੀ ਅੰਗਦ ਜਬ ਇਹ ਹੈ। ਜਦ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਬਾਲਾ ਸਾਹਿਬ ਜੀ ਦੇ ਰਸਨਾ ਤੋਂ ਸਾਰੀ ਗੁਰਾਂ ਦੀ ਕਥਾ ਸਰਵਣ ਕੀਤੀ। ਹਰ ਖਤ ਔਰ ਮੁਖ ਬੋਲੇ ਤਬ ਹੈ। ਬੜੇ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਮਹਾਰਾਜ ਤੇ ਖੁਸ਼ੀਆਂ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਸੁਨ ਬਾਲੇ ਸ਼੍ਰੀ ਗੁਰ ਸਾਮ ਤੁਮ ਹੋ। ਕਹਿਣ ਲੱਗੇ, ਹੇ ਭਾਈ ਬਾਲਾ ਜੀ, ਗੁਰ ਪ੍ਰਿਆ ਤੁਮ ਹੋ। ਗੁਰ ਪ੍ਰਿਆ ਚਾਹੀਦਾ ਹੈਗਾ। ਗੁਰੂ ਤੁਲ ਗੁਰੂ ਸੱਚੇ ਪਾਤਸ਼ਾਹ ਨੇ ਤਾਂ ਆਪਣੇ ਆਪ ਨੂੰ ਨਹੀਂ ਮੰਨਿਆ, ਸੋ ਇਸ ਵਾਸਤੇ ਸੁਣ ਬਾਲੇ ਗੁਰ ਪ੍ਰਿਆ ਤੁਮ ਹੋ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਤੁਸੀਂ ਅਤੀ ਪਿਆਰੇ ਹੋ ਭਾਈ ਬਾਲਾ ਜੀ। ਤਹਨ ਤਨ ਪੁਨ ਧਨ ਜਨਮ ਹੋ। ਇਸ ਵਾਸਤੇ ਭਾਈ ਬਾਲਾ ਤੁਸੀਂ ਧੰਨ ਹੋ, ਧੰਨ ਹੋ। ਤੁਹਾਡਾ ਜਨਮ ਵੀ ਧੰਨ ਹੋ ਗਿਆ, ਸਫਲਾ ਹੋ ਗਿਆ। ਜਿਹੜਾ ਜੀਵਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਬਤੀਤ ਹੋ ਗਿਆ, ਇਸ ਤੋਂ ਵੱਡੀ ਧਨਤਾ ਕੀ ਹੋ ਸਕਦੀ ਹੈ, ਵੱਡੀ ਵਡਿਆਈ ਕੀ ਹੋ ਸਕਦੀ ਹੈ। ਦੋਹਰਾ ਤੁਮਰੋ ਮੁਖ ਰਾਂਕਾ ਸ਼ਸ਼ੇ ਸੁਦਾ ਗਿਰਾ ਸਮ ਪਾਏ। ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ, ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਹੈਗਾ ਤੇ ਉਹ ਰਾਤ ਨੂੰ ਠੰਡੀਆਂ ਕਿਰਨਾਂ ਬਨਸਪਤੀ ਤੇ ਛੱਡਦਾ ਹੈ ਤੇ ਬਨਸਪਤੀ ਜਿਹੜੀ ਹੈ ਉਹਦੇ ਵਿੱਚ ਅੰਮ੍ਰਿਤ ਵਰਗਾ ਰਸ ਭਰ ਜਾਂਦਾ ਹੈ। ਔਰ ਇਸੇ ਤਰ੍ਹਾਂ ਸਾਰੀ ਰਾਤ ਚੰਦਰਮਾ ਜਿਹੜਾ ਹੈ ਉਹਨੂੰ ਚਕੋਰ ਤੱਕਦੀ ਰਹਿੰਦੀ ਹੈ, ਆਨੰਦ ਮਾਣਦੀ ਹੈ। ਇਸੇ ਪ੍ਰਕਾਰ ਕੁਮਦੀਆਂ ਹੁੰਦੀਆਂ। ਇਹ ਕਵਲ ਜਿਹੜੇ ਦੋ ਤਰ੍ਹਾਂ ਦੇ ਮੰਨੇ ਜਾਂਦੇ ਕਵਲ ਫੁੱਲ, ਇੱਕ ਲਾਲ ਗੁਲਾਬੀ ਜਿਹੜੇ ਹੁੰਦੇ ਹੈ ਉਹ ਸੂਰਜ ਨੂੰ ਵੇਖ ਕੇ ਖਿਲਦੇ ਹੈ, ਇੱਕ ਚਿੱਟੇ ਹੁੰਦੇ ਜਿਹਨੂੰ ਕੁਮਦੀ ਦਾ ਫੁੱਲ ਵੀ ਕਹਿ ਦਿੰਦੇ ਆ, ਇਹ ਰਾਤ ਨੂੰ ਚੰਦਰਮਾ ਨੂੰ ਦੇਖ ਕੇ ਖਿਲਦੇ ਆ। ਮਹਾਰਾਜ ਕਹਿਣ ਲੱਗੇ, ਭਾਈ ਬਾਲਾ ਜੀ, ਤੁਹਾਡੀ ਜਿਹੜੀ ਰਸਨਾ ਹੈ ਨਾ, ਇਹ ਤੇ ਪੂਰਨਮਾਸੀ ਦੇ ਚੰਦਰਮਾ ਤੋਂ ਜਿਵੇਂ ਕਿਰਨਾਂ ਨਿਕਲਦੀਆਂ, ਐਵੇਂ ਤੁਹਾਡੀ ਰਸਨਾ ਚੋਂ ਅੰਮ੍ਰਿਤਮਈ ਇਹ ਰਸ ਭਰੀਆਂ ਕਿਰਨਾਂ ਨਿਕਲੀਆਂ ਹਨ ਗੁਰਬਾਣੀ ਦੀਆਂ, ਵਾਹਿਗੁਰੂ ਗੁਰੂ ਕੇ ਇਤਿਹਾਸ ਦੀਆਂ। ਸਿੱਖ ਬਿੰਦਾਰਕ ਪੇਵਹਿ ਨਿਤ ਪ੍ਰਤ ਨਹੀਂ ਅਕਾਏ। ਇਹ ਜਿਹਾ ਤੁਸੀਂ ਅੰਮ੍ਰਿਤ ਬਖਸ਼ਿਆ ਹੈ ਗੁਰੂ ਕੀ ਸੰਗਤ ਨੂੰ। ਸਿੱਖਾਂ ਰੂਪ ਦੇਵਤੇ ਇਹ ਅੰਮ੍ਰਿਤ ਰੂਪੀ ਕਥਾ ਸਰਵਣ ਕਰਨਗੇ, ਦਿਨੇ ਰਾਤ ਕਰਨਗੇ, ਪਰ ਮਨ ਨਹੀਂ ਰੱਜੂਗਾ। ਮਹਾਰਾਜ ਨੇ ਅੱਗੇ ਕੌਤਕ ਕੀ ਕੀਤਾ, ਇਸ ਤੋਂ ਅੱਗੇ ਕੀ ਕਿਰਪਾ ਹੋਈ, ਇਸ ਤੋਂ ਅੱਗੇ ਕੀ ਹੋਇਆ, ਐ ਹੀ ਮਨਾਂ ਵਿੱਚ ਲੱਗਿਆ ਰਹੂਗਾ। ਗੁਰੂ ਕੇ ਸਿੱਖਾਂ ਦੇ ਪੜ੍ਹਨ ਤੇ ਸੁਣਨ ਵਾਲਿਆਂ ਦੇ ਇਹੀ ਜੀ ਕਥਾ ਤੁਸੀਂ ਕਿਰਪਾ ਕਰਕੇ ਸਰਵਣ ਕਰਵਾਈ ਹੈ। ਚਾਉ ਪਏ ਇਸ ਕੇ ਮਹਿਮਾ ਕਹੇ ਨ ਜਾਏ। ਇਹ ਕਥਾ ਜੋ ਭਾਈ ਬਾਲਾ ਜੀ ਤੁਸੀਂ ਸਰਵਣ ਕਰਵਾਈ, ਇਹਦੀ ਮਹਿਮਾ ਕਹੀ ਨਹੀਂ ਜਾ ਸਕਦੀ। ਸੁਨ ਕੈ ਚਾਰ ਪਦਾਰਥ ਪਾਏ। ਇਹ ਕਥਾ ਦਾ ਐਡਾ ਵੱਡਾ ਮਹਾਤਮਾ ਹੈ, ਜਿਹੜਾ ਇਸ ਕਥਾ ਨੂੰ ਪੜੂ ਸੁਣੂਗਾ, ਮਹਾਰਾਜ ਕਹਿਣ ਲੱਗੇ ਚਾਰ ਪਦਾਰਥ ਨੂੰ ਸੁਤੇ ਸਿੱਧੀ ਪ੍ਰਾਪਤ ਹੋ ਜਾਣਗੇ। ਧਰਮ ਦੀ ਪਰਪੱਕਤਾ, ਅਰਥ, ਕਾਮ ਤੇ ਮੋਕਸ਼, ਭਾਵ ਸੰਸਾਰੀ ਸੁਖ ਵੀ ਸਾਰੇ ਹੀ ਪ੍ਰਾਪਤ ਹੋਣਗੇ, ਪਰਲੋਕ ਦਾ ਸੁਖ ਵੀ ਪ੍ਰਾਪਤ ਹੋਵੇਗਾ। ਜੰਮਣ ਮਰਨ ਦੇ ਬੰਧਨ ਤੋਂ ਗੁਰੂ ਕੇ ਸਿੱਖ ਮੁਕਤ ਹੋ ਜਾਣਗੇ, ਜਿਹੜੇ ਇਸ ਕਥਾ ਨੂੰ ਪੜ੍ਹਿਆ ਤੇ ਸੁਣਿਆ ਕਰਨਗੇ। ਨਹੀਂ ਅਲਬ ਵਸਤ ਹਵਾ ਕੋਈ। ਇਹ ਜੀ ਕੋਈ ਚੀਜ਼ ਨਹੀਂ ਹੈ ਜਿਹੜੀ ਇਹ ਕਥਾ ਸੁਣਨ ਕਰਕੇ ਪ੍ਰਾਪਤ ਨਾ ਹੋਵੇ। ਜੋ ਵੀ ਮਨ ਵਿੱਚ ਇੱਛਾ ਧਾਰ ਲੇ ਗੁਰੂ ਕਾ ਸਿੱਖ, ਇਹ ਸਤਿਗੁਰਾਂ ਦੀ ਕਥਾ ਪੜ੍ਹਨ ਸੁਣਨ ਨਾਲ ਉਹੀ ਪ੍ਰਾਪਤ ਹੋ ਜਾਵੇਗੀ। ਜਿਉ ਪਾਰਸ ਧਨ ਟੋਟ ਨਾ ਹੋਏ। ਗਰੀਬ ਨਵਾਜ ਕਹਿਣ ਲੱਗੇ, ਭਾਈ ਇਹ ਕਥਾ ਕਿਹੇ ਜੀ ਹੈ? ਜਿਵੇਂ ਕਿਸੇ ਪਾਸ ਪਾਰਸ ਦੀ ਵੱਟੀ ਹੋਵੇ ਨਾ, ਤੇ ਉਹਨੂੰ ਮਾਇਆ ਦੀ ਕੋਈ ਕਮੀ ਨਹੀਂ ਰਹਿੰਦੀ। ਉਹ ਕਿਸੇ ਵੀ ਧਾਤੂ ਨੂੰ ਲਾ ਦਈਏ ਪਾਰਸ ਦੀ ਵੱਟੀ ਤੇ ਸੋਨਾ ਬਣ ਜਾਂਦਾ ਹੈਗਾ, ਤੇ ਜਿਹਦੇ ਪਾਸ ਢੇਰ ਲੱਗੇ ਹੁਣ ਸੋਨੇ ਦੇ, ਉਹਦੇ ਪਾਸ ਮਾਇਆ ਦੀ ਕੀ ਕਮੀ। ਇਸੀ ਤਰ੍ਹਾਂ ਇਹ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਜੋ ਕਥਾ ਹੈ, ਇਹ ਪਾਰਸ ਦੀ ਵੱਟੀ ਵਰਗੀ ਹੈ। ਜਿਹੜੇ ਵੀ ਗੁਰਸਿੱਖ ਇਸ ਨੂੰ ਆਪਣੇ ਹਿਰਦੇ ਘਰ ਵਿੱਚ ਸਮਾ ਕੇ ਰੱਖਣਗੇ, ਉਹਨਾਂ ਦੇ ਹਿਰਦੇ ਘਰ ਦੇ ਵਿੱਚ ਚਾਰ ਪਦਾਰਥ
ਤੇ ਅਸ਼ਟ ਸਿੱਧੀਆਂ 9 ਨਿਧੀਆਂ 18 ਸਿੱਧੀਆਂ ਆਦਿਕ ਦੀ ਕੋਈ ਕਮੀ ਨਹੀਂ ਰਹੇਗੀ। ਪਰ ਉਪਕਾਰ ਕਿਓ ਜਗ ਪਾਰ ਤੁਮ। ਇਹ ਬਾਬਾ ਬਾਲਾ ਜੀ ਤੁਸੀਂ ਦੁਨੀਆ ਦੇ ਸੰਸਾਰ ਦੇ ਲੋਕਾਂ ਦੇ ਉੱਤੇ ਵੱਡਾ ਪਰਉਪਕਾਰ ਕੀਤਾ ਹੈ। ਮਹਿਮਾ ਅਪਰ ਨਾ ਕੋ ਇਸ ਕੇ ਸਮ। ਇਹ ਜਿਹੜੀ ਕਥਾ ਦੀ ਮਹਾਨਤਾ ਹੈ ਇਸੇ ਕਥਾ ਨੂੰ ਹੀ ਬਾਣ ਆਉਂਦੀ ਹੈ। ਇਹ ਕਥਾ ਪੜ੍ਹਨ ਸੁਣਨ ਵਾਲੇ ਦਾ ਜੋ ਮਹਾਤਮ ਫਲ ਪ੍ਰਾਪਤ ਹੋਵੇਗਾ ਇਹਦੇ ਬਰਾਬਰ ਦੂਜਾ ਕਿਸੇ ਵੀ ਵਸਤੂ ਦੇ ਵਿੱਚੋਂ ਕੋਈ ਫਲ ਪ੍ਰਾਪਤ ਨਹੀਂ ਹੋਵੇਗਾ। ਸੁਨਹਿ ਪੜਹਿ ਹਿਤਕਾਰ ਪੁਨ ਸੁਨਹਿ। ਇਹ ਕਥਾ ਗੁਰੂ ਕੇ ਸਿੱਖ ਹਿਤ ਕਰਕੇ ਪੜ੍ਹਨ ਪਿਆਰ ਕਰਕੇ ਸੁਣਨ ਇਹਨੂੰ ਹਿਰਦੇ ਵਿੱਚ ਵਸਾਵਣ। ਪ੍ਰੇਤ ਕਰਹਿ ਸ਼ਿਰ ਗੋਰ ਗੁਣ ਗੁਣ ਹੈ। ਤੇ ਉਹਨਾਂ ਦੇ ਹਿਰਦੇ ਵਿੱਚ ਗੁਰਾਂ ਪ੍ਰਤੀ ਪਿਆਰ ਵੱਧਦਾ ਹੀ ਜਾਵੇਗਾ। ਆ ਦੁਨੀਆ ਦੀਆਂ ਹੋਰ ਬੜੀਆਂ ਕਥਾ ਕਹਾਣੀਆਂ ਹਨ, ਹੋਰ ਕਈ ਇਹੋ ਜਿਹੇ ਚੀਜ਼ਾਂ ਚੱਲਦੀਆਂ ਹੈ, ਇੱਕ ਦੋ ਵਾਰ ਸੁਣ ਲਈਏ ਤੇ ਮਨ ਭਰ ਜਾਂਦਾ ਹੈ। ਮਹਾਰਾਜ ਦਾ ਵਰਦਾਨ ਹੈ ਗੁਰਾਂ ਦੀ ਕਥਾ ਨੂੰ, ਇਹਨੂੰ ਜਿਹੜਾ ਪੜ੍ਹੇਗਾ ਸੁਣੇਗਾ ਉਹਨੂੰ ਵਾਰ-ਵਾਰ ਚੇਟਕ ਲੱਗਾ ਰਹੂਗਾ ਕਿ ਵਾਰ-ਵਾਰ ਇਹ ਕਥਾ ਸੁਣੀਏ ਪੜ੍ਹੀਏ ਦੁਬਾਰਾ। ਕਲੋਖ ਬੇਪੁਲ ਬਿਕਲਾਹੇ ਪਰਾਹੇ। ਇਹ ਕਥਾ ਸੁਣਨ ਦੇ ਨਾਲ ਇਹ ਪਾਪ ਜਿਹੜੇ ਹਨ ਉਹ ਡਰਦੇ ਕੰਬਦੇ ਹੋਏ ਭੱਜ ਜਾਣਗੇ, ਗੁਰਸਿੱਖਾਂ ਦੇ ਪਾਸ ਨਹੀਂ ਖਲੋਣਗੇ। ਕਥਾ ਵਿੱਚ ਇੰਨੀ ਸ਼ਕਤੀ ਹੈ। ਨਿਸ਼ਾ ਤਰੇ ਸ਼ਾਂਤ ਹਵ ਆਹੇ। ਔਰ ਇਸੇ ਤਰ੍ਹਾਂ ਮਨ ਜਿਹੜਾ ਹੈ ਸ਼ਾਂਤੀ ਦੇ ਵਿੱਚ ਠਹਿਰਾਓ ਦੇ ਵਿੱਚ ਰਹੇਗਾ। ਕਥਾ ਪੜ੍ਹਨ ਸੁਣਨ ਵਾਲੇ ਗੁਰਸਿੱਖਾਂ ਦੇ ਕਿਸੇ ਪ੍ਰਕਾਰ ਦੀ ਕੋਈ ਕਮੀ ਬ੍ਰਹਮ ਵਸਤੂਆਂ ਦੀ, ਸੋ ਇਸੇ ਪ੍ਰਕਾਰ ਪਰਮੇਸ਼ਵਰ ਦੇ ਪਿਆਰ ਦੀ ਕੋਈ ਵੀ ਕਮੀ ਨਹੀਂ ਆਵੇਗੀ ਇਹ ਕਥਾ ਪੜ੍ਹਨ ਸੁਣਨ ਦੇ ਨਾਲ। ਸ਼੍ਰੀ ਨਾਨਕ ਪਦ ਪੰਕਜ ਮਾਹੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਸ਼ਰਧਾ ਵਧ ਹੈ ਮੁਕਤ ਫਲ ਤਾਹੇ। ਇਹ ਕਥਾ ਸੁਣਨ ਦੇ ਨਾਲ ਐਸੇ ਗੁਰਾਂ ਦੇ ਚਰਨਾਂ ਪ੍ਰਤੀ ਸਰਦਾ ਭਾਵਨਾ ਵਧੇਗੀ। ਸਾਰਾ ਜੀਵਨ ਇਹ ਕਥਾ ਪੜ੍ਹਨ ਸੁਣਨ ਵਾਲੇ ਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬਤੀਤ ਹੋਵੇਗਾ। ਸਰਦਾ ਦੇ ਵਿੱਚ ਰਹਿ ਕੇ ਅੰਤ ਨੂੰ ਮਹਾਂ ਮੁਕਤੀ ਦੀਆਂ ਦਾਤਾਂ ਮਿਲਣਗੀਆਂ ਕਥਾ ਪੜ੍ਹਨ ਸੁਣਨ ਵਾਲੇ ਗੁਰਸਿੱਖਾਂ ਨੂੰ। ਪੁਨ ਬਾਲੇ ਬੰਦੇ ਦਵੈ ਹਾਥਾ। ਇਹ ਜਿਸ ਵੇਲੇ ਬਾਚਨ ਸੁਣੇ ਸ੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਉਪਰੰਤ ਬਾਬਾ ਬਾਲਾ ਸਾਹਿਬ ਜੀ ਨੇ ਦੋਨੋਂ ਹੱਥ ਜੋੜੇ ਸਤਿਗੁਰਾਂ ਦੇ ਅੱਗੇ ਨਿਮਰਤਾ ਸਹਿਤ ਬੋਲਿਓ ਬਚਨ ਸੁਣੋ ਮਮ ਨਾਥਾ। ਅਤੇ ਬੜੀ ਨਿਮਰਤਾ ਦੇ ਨਾਲ ਅਰਜ਼ ਕੀਤੀ। ਕਹਿਣ ਲੱਗੇ ਬਾਬਾ ਬਾਲਾ ਜੀ, ਹੇ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਬੇਨਤੀ ਨੂੰ ਸੁਣੋ, ਪ੍ਰਵਾਨ ਕਰੋ। ਭਇਓ ਹਦੂਰ ਜਿਤੋ ਇਤਿਹਾਸਾ। ਇਹ ਗਰੀਬ ਨਵਾਜ ਮਹਾਰਾਜ ਜਿੰਨਾ ਵੀ ਇਤਿਹਾਸ ਸੀਗਾ ਮੈਂ ਸਾਰਾ ਆਪ ਜੀ ਦੇ ਪਾਸ ਚਰਨਾਂ ਵਿੱਚ ਬੈਠ ਕੇ ਸਰਵਣ ਕਰਵਾਇਆ ਹੈ। ਸੋ ਵਰਣਨ ਕੀਨੋ ਤੋਧ ਪਾਸਾ। ਤੇ ਮਹਾਰਾਜ ਜੋ ਜੋ ਮੈਂ ਦੇਖਿਆ ਕਰਿਆ ਸੁਣਿਆ ਉਹੀ ਆਪ ਜੀ ਨੂੰ ਬੇਨਤੀ ਕੀਤੀ ਹੈ। ਇਸ ਆਗੇ ਸੋਧ ਮੋਹਿ ਨਾ ਕੋ। ਕਿਉਂਕਿ ਮਹਾਰਾਜ ਮੈਂ ਤਾਂ ਫਿਰ ਮਾਤਾ ਜੀ ਦੇ ਕਹਿਣ ਤੇ ਆਪਣੇ ਨਗਰ ਨੂੰ ਚਲਾ ਗਿਆ ਤੇ ਇਸ ਤੋਂ ਅੱਗੇ ਦਾ ਇਤਿਹਾਸ ਜਿਹੜਾ ਹੈ ਉਹ ਮੈਨੂੰ ਨਹੀਂ ਪਤਾ ਹੈ। ਰਾਵਰ ਸਰਬ ਜਾਨ ਹੋ ਸੋ। ਬਾਕੀ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਆਪ ਜੀ ਨੂੰ ਸਾਰੇ ਇਤਿਹਾਸ ਬਾਰੇ ਗਿਆਨ ਹੈ, ਚਾਨਣਾ ਹੈ। ਜਰਾ ਗਰਸੇ ਅਬ ਕਾਇਆ ਮੇਰੇ। ਹੁਣ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਬੁਢਾਪੇ ਨੇ ਮੈਨੂੰ ਜਿੱਤ ਲਿਆ ਹੈ ਬਾਹਲਾ ਜ਼ਿਆਦਾ। ਲਖੋ ਆਰ ਬਲ ਭਏ ਬਡੇਰੇ। ਮਹਾਰਾਜ ਉਮਰ ਬੜੀ ਵੱਡੀ ਹੋ ਗਈ ਹੈ। ਬੁਢਾਪਾ ਸਾਧ ਸੰਗਤ ਜੀ ਬਾਕਿਆ ਹੀ ਗੁਰਮੁਖਾਂ ਨੂੰ ਤਾਂ ਨਹੀਂ ਆਉਂਦਾ ਬੁਢਾਪਾ, ਕਿਉਂਕਿ ਗੁਰਬਾਣੀ ਦਾ ਇਹ ਫਰਮਾਨ ਹੈ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਪਰ ਬੁਢਾਪਾ ਚੀਜ਼ ਬੜਾ ਕਮਾਲ ਹੈ। ਕਹਿੰਦੇ ਬਾਬਾ ਫਰੀਦ ਸਾਹਿਬ ਜੀ ਤੇ ਪਾਣੀ ਦਾ ਉਹ ਠੂਲਾ ਪਿਆ ਸੀ, ਚੁੱਕ ਕੇ ਪੀਣ ਲੱਗੇ ਤੇ ਸਰੀਰ ਹਿੰਮਤ ਨਾ ਕਰੇ ਪਾਣੀ ਚੱਕਣ ਦੀ ਵੀ ਮੈਂ ਉਹ ਚੱਕ ਕੇ ਪੀ ਲਵਾਂ, ਜਲ ਛਕ ਲਵਾਂ। ਤੇ ਕਹਿਣ ਲੱਗਿਆ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਪਤਾ ਹੀ ਨਹੀਂ ਮੈਂ ਕਿੰਨੇ ਕੁ ਦਰਿਆ ਪਾਰ ਕਰ ਗਿਆ, ਪਹਾੜ ਚੜ੍ਹ ਗਿਆ, ਧਰਤੀ ਦੀ ਕਿੰਨਾ ਰਟਣ ਕੀਤਾ। ਅੱਜ ਨਿੱਕਾ ਜਿਹਾ ਕੁੱਜਾ ਹੀ ਮੈਨੂੰ 100 ਕੋਹਾਂ ਤੇ ਦਿਖਦਾ ਵੀ ਜਿਵੇਂ 100 ਕੋਹ ਤੋਂ ਚੁੱਕ ਕੇ ਲਿਆਉਣਾ ਹੋਵੇ। ਤੇ ਇਸੇ ਵਾਸਤੇ ਉਹਨਾਂ ਨੇ ਸ਼ਬਦ ਉਚਾਰਨ ਕੀਤਾ ਸੀ, ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਏ। ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੰਸਾਰਕ ਆਪਣੀ ਯਾਤਰਾ ਦਾ ਤਜਰਬਾ ਦੱਸਦੇ ਹੋਏ ਕਹਿੰਦੇ ਬਾਬਾ ਫਰੀਦ ਸਾਹਿਬ ਕਾਲੀ ਧੌਲੀ ਸਾਹਿਬ ਸਦਾ ਹਜੂਰਾ ਜੇ ਕੋ ਚਿੱਤ ਤਰੇ। ਜਿਹਨੂੰ ਬੁੱਢੇ ਵਾਰੇ ਵੀ
ਕਿਰਪਾ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਉਹਦੇ ਹਿਰਦੇ ਤੇ ਪਰਮੇਸ਼ਵਰ ਵਸ ਜਾਵੇ ਤੇ ਗੁਰਮੁਖ ਬੁੱਢੇ ਕਦੇ ਨਹੀਂ, ਉਹ ਤੇ ਬੁੱਢੇ ਹੁੰਦੇ ਹੀ ਨਹੀਂ ਗੇ। ਭਾਵੇਂ 80 90 100 ਸਾਲ ਦੇ ਹੋ ਜਾਣ, ਉਹ ਨਹੀਂ ਬੁੱਢੇ ਹੁੰਦੇ। ਉਹ ਸਦਾ ਹੀ ਜਵਾਨ ਅਵਸਥਾ ਵਿੱਚ ਰਹਿੰਦੇ ਆ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਜਿਹੜੀ ਵੀ ਅਵਸਥਾ ਵਿੱਚ ਵਸ ਜਾਵੇ। ਬੁਢਾਪਾ ਹੈ ਤਾਂ ਮਾੜਾ, ਬੁਢੇਪੇ ਦੇ ਵਿੱਚ ਸਾਧ ਸੰਗਤ ਜੀ ਸੇਵਾ ਕਰਨੀ ਵੀ ਔਖੀ, ਸਿਮਰਨ ਕਰਨਾ ਵੀ ਔਖਾ। ਸੋ ਇਸੀ ਪ੍ਰਕਾਰ ਦੁਨੀਆ ਵਾਲੇ ਦੁਨੀਆਦਾਰੀ ਦੇ ਆਪਣੇ ਧੰਦੇ ਕੰਮ ਕਰਨੇ ਤੇ ਬਿਲਕੁਲ ਹੀ ਨਾ ਬਰਾਬਰ ਹਨ। ਨਕੰਮਾ ਜਾਣ ਕੇ ਇਸੇ ਵਾਸਤੇ ਬੁੱਢਿਆਂ ਨੂੰ ਘਰ ਵਿੱਚ ਕੋਈ ਕਦਰ ਨਹੀਂ ਕਰਦਾ ਵੀ ਇਹ ਤੇ ਵਿਹਲਾ ਹੀ ਆ, ਕੰਮ ਤੇ ਕੋਈ ਕਰਦਾ ਨਹੀਂ, ਐਵੇਂ ਰੌਲਾ ਪਾਉਂਦਾ ਰਹਿੰਦਾ ਹੈਗਾ। ਰਹੋ ਵਿਚਾਰ, ਗੁਰੂ ਹੀ ਬਖਸ਼ ਲੈਣ ਸਾਨੂੰ, ਹਾਲਤ ਇਹ ਜੀ ਨਾ ਹੀ ਹੋਵੇ। ਤੇ ਇਸ ਵਾਸਤੇ ਬਾਬਾ ਬਾਲਾ ਜੀ ਨੇ ਅਰਜ਼ ਕੀਤੀ, ਕਹਿਣ ਲੱਗੇ ਮਹਾਰਾਜ ਜਰਾ ਨੇ ਜਿੱਤ ਲਿਆ ਸਰੀਰ, ਬੁਢਾਪੇ ਨੇ ਜਿੱਤ ਲਿਆ ਹੈ ਮੇਰੇ ਸਰੀਰ ਨੂੰ। ਇਹ ਅਬ ਛੁਟ ਹੈ ਬਚਨ ਨਿਜ ਕਰੀਏ। ਇਹ ਮਹਾਰਾਜ ਕਿਰਪਾ ਕਰ ਦੇਵੋ, ਔਖਾ ਮਾਵਾ ਹੁਣ ਬੁੱਢਾ ਬਹੁਤਾ ਹੋ ਗਿਆ, ਸਰੀਰ ਕੰਮ ਨਹੀਂ ਕਰਦਾ, ਤੇ ਤੁਸੀਂ ਰਸਨਾ ਤੋਂ ਨਾ ਬਚਨ ਕਰ ਦੇਵੋ, ਮੇਰੀ ਦੇਹ ਛੁੱਟ ਜਾਵੇ, ਮੈਂ ਸਰੀਰ ਤਿਆਗ ਦੇਵਾਂ ਆਪਣਾ। ਜਗ ਸਾਗਰ ਤੇ ਮੋਹਿ ਉਦਾਰੀਏ। ਔਰ ਬਾਰਾ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ, ਇਹਦੇ ਵਿੱਚ ਮੈਨੂੰ ਜੂਨਾ ਰੂਪ ਗੋਤੇ ਨਾ ਖਾਣੇ ਪੈਣ, ਡੁਬਕੀਆਂ ਗੁਜਕੀਆਂ ਨਾ ਮਹਾਰਾਜ ਮੈਨੂੰ ਲੈਣੀਆਂ ਪੈਣ, ਜੂਨਾ ਧਾਰ ਧਾਰ ਕੇ ਕਿਰਪਾ ਕਰੋ ਮਹਾਰਾਜ, ਮੈਨੂੰ ਤਾਰ ਦੇਵੋ ਸੰਸਾਰ ਸਮੁੰਦਰ ਤੋਂ। ਸ਼ੇਰੇ ਅੰਗਦ ਸੁਨ ਕੈ ਮੁਸਕਾਨੇ। ਇਹ ਬਚਨ ਬਾਬਾ ਬਾਲਾ ਸਾਹਿਬ ਜੀ ਦੇ ਸਤਿਗੁਰਾਂ ਨੇ ਸੁਣੇ ਤੇ ਮੁਸਕਰਾਏ ਹਨ ਸਤਿਗੁਰੂ ਗਰੀਬ ਨਵਾਜ। ਕਿਉ ਅਸ ਆਪ ਉਤਾਇਲ ਠਾਨੇ। ਇਹ ਭਾਈ ਬਾਲਾ ਬਾਬਾ ਜੀ ਇੰਨੀ ਛੇਤੀ ਕਾਹਦੇ ਵਾਸਤੇ ਕਰਦੇ ਹੋ? ਅਬ ਦੁਇ ਮਾਸ ਬੈਸ ਹੈ ਤੇਰੇ। ਭਾਈ ਬਾਲਾ ਬਾਬਾ ਅਜੇ 2 ਮਹੀਨੇ ਤੁਹਾਡੀ ਪ੍ਰਾਲਬਧ ਬਾਕੀ ਹੈ, ਪੁਨ ਸਰੀਰ ਹੈ ਭਾਸਮ ਸੋਟੇਰੇ। ਬਾਕੀ ਤਾਂ ਫਿਰ ਇਹ ਭਸਮ ਹੋਣਾ ਹੀ ਹੈ, ਸਾਰੇ ਸਰੀਰਾਂ ਨੇ ਹੋਣਾ ਹੈ। ਕਿਸੇ ਨੂੰ ਮਿੱਟੀ ਨੇ ਖਾ ਲੈਣਾ, ਕਿਸੇ ਨੂੰ ਅੱਗ ਨੇ ਸਾੜ ਲੈਣਾ, ਕਿਸੇ ਨੂੰ ਪਾਣੀ ਨੇ ਰੋੜ ਕੇ ਲੈ ਜਾਣਾ ਹੈ, ਤੇ ਕਈਆਂ ਨੂੰ ਕਾਵਾਂ ਕੁੱਤਿਆਂ ਨੇ ਜਾਨਵਰਾਂ ਨੇ ਖਾ ਲੈਣਾ ਹੈ। ਇਹ ਸਰੀਰ ਤਾਂ ਆਖਰ ਖਾਜ ਕਾਲ ਦਾ ਹੀ ਬਣਨਾ ਹੈ। 2 ਮਹੀਨੇ ਤੁਹਾਡੀ ਪ੍ਰਾਲਬਧ ਬਾਕੀ ਬਚੀ ਹੈ। ਤਬ ਲਗ ਹਮ ਟੇਗ ਰਹੋ ਹਿਤ ਸਾਥਾ। ਤਦੋਂ ਤੱਕ ਨਾ ਬਾਬਾ ਬਾਲਾ ਜੀ ਤੁਸੀਂ ਇੱਥੇ ਸਾਡੇ ਕੋਲ ਹੀ ਰਹੋ, ਹੁਣ ਅਸੀਂ ਤੁਹਾਨੂੰ ਕਿੱਥੇ ਜਾਣ ਨਹੀਂ ਦੇਣਾ ਹੈ। ਪਰ ਚਾਹੋ ਸੁਨਾਹੋ ਕਰਹੁ ਗੁਰ ਗਾਥਾ। ਤੇ ਸਾਡੇ ਪਾਸ ਰਹਿ ਕੇ ਹੀ ਗੁਰੂ ਮਹਾਰਾਜ ਦੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ, ਗੁਰਮਤਿ ਦੇ ਬਚਨ, ਗੁਰਬਾਣੀ ਦੇ ਬਚਨ ਤਾਦਗ ਰਹਿ ਕੇ ਕਰਨਾ ਕਰੋ। ਸੁਨ ਕੈ ਹਰ ਖਤ ਹਵੇ ਕਰ ਬਾਲਾ। ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣ ਰਹੇ ਨੇ ਬਾਬਾ ਬਾਲਾ ਜੀ, ਤੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਬਾਬੇ ਬਾਲੇ ਜੀ ਨੂੰ ਬਚਨ ਸੁਣਾ ਰਹੇ ਹਨ। ਰਹਿਓ ਸਮੀਪ ਸੁਖਦ ਤਿਹ ਕਾਲਾ। ਐ ਗੁਰਾਂ ਦਾ ਹੁਕਮ ਲੈ ਕੇ ਬਾਬਾ ਬਾਲਾ ਜੀ ਸਤਿਗੁਰਾਂ ਦੇ ਪਾਸ ਹੀ ਰਹਿ ਪਏ। ਕਹਿ ਸੁਨ ਗੁਰ ਕੇ ਗੁਣ ਔਰੇ। ਇਸ ਤਰ੍ਹਾਂ ਸਤਿਗੁਰਾਂ ਦੇ ਬਚਨ ਸੁਣਦੇ ਨੇ ਬਾਬਾ ਬਾਲਾ ਜੀ। ਕਦੀ ਕਦੀ ਮਨ ਵਿੱਚ ਲਹਿਰ ਆਉਂਦੀ ਹੈ, ਤਰੰਗ ਵੱਜਦੀ ਹੈ, ਤੇ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਜੀ ਦੇ ਬਚਨ ਸ੍ਰੀ ਗੁਰੂ ਅੰਗਦ ਪਾਤਸ਼ਾਹ ਨੂੰ ਬਾਬਾ ਬਾਲਾ ਜੀ ਸੁਣਾਉਣ ਲੱਗ ਪੈਂਦੇ ਹਨ। ਦੋਏ ਮਾਸ ਜਬ ਬਿਤੇ ਬਹੋਰੇ। ਜਦ 2 ਮਹੀਨੇ ਦਾ ਸਮਾਂ ਬਤੀਤ ਹੋਇਆ, ਪਰਾਲਬਦ ਭੋਗੇ ਨਿਜ ਜਬ ਤੇ ਹੈ। ਜਦ ਪਰਾਲਬਧ ਜਿਹੜੀ ਭੋਗ ਲਈ ਜੋ ਦਾਣਾ ਖਾਣਾ ਲਿਖਿਆ ਸੀ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ, ਉਹ ਸਾਰਾ ਭੋਗ ਭੁਗ ਲਿਆ, ਚੋਗਾ ਚੁਗ ਲਿਆ ਜੀਵ ਨੇ। ਆਇਓ ਸਮਾ ਤਨ ਬਿਨਸਨ ਤਬ ਹੈ। ਤਾਂ ਫਿਰ ਸਰੀਰ ਦੇ ਤਿਆਗਣ ਦਾ ਸਮਾਂ ਆ ਗਿਆ, ਜਦ ਅੰਨ ਪਾਣੀ ਸਵਾਸ ਧਰਤੀ ਤੋਂ ਖਤਮ ਹੋ ਗਏ। ਸ਼੍ਰੀ ਅੰਗਦ ਕੋ ਕਰ ਕੈ ਬੰਦਨ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਬਾਬੇ ਬਾਲੇ ਜੀ ਨੇ ਮੱਥਾ ਟੇਕਿਆ, ਨਮਸਕਾਰ ਕੀਤੇ। ਬਹੁਰ ਧਿਆਨ ਧਰ ਦੋਖ ਨਿਕੰਦਨ। ਉਪਰੰਤ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਨਾਮ ਲੈਣੇ ਮਾਤਰ ਸੇ ਹੀ ਸਾਰੇ ਦੁੱਖ ਭੱਜ ਜਾਂਦੇ ਆ, ਐਸੇ ਗੁਰਾਂ ਦਾ ਧਿਆਨ ਧਾਰਿਆ ਮਨ ਵਿੱਚ। ਧਰਨੇ ਕੋ ਪੁਨੀਤ ਕਰਵਾਏ। ਉਪਰੰਤ ਧਰਤੀ ਤੇ ਆਸਣ ਲਵਾਇਆ ਹੈ ਬਾਬਾ ਬਾਲਾ ਜੀ ਨੇ। ਪੌੜਿਓ ਸ਼੍ਰੀ ਨਾਨਕ ਔਰ ਧਿਆਏ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਹਿਰਦੇ ਵਿੱਚ ਧਿਆ ਕੇ
ਆਸਣ ਦੇ ਉੱਤੇ ਲੇਟ ਗਏ ਹਨ ਬਾਬਾ ਬਾਲਾ ਜੀ। ਤਨ ਕਾ ਬਿਖੈ ਨਿਜ ਤਨ ਕਉ ਤਿਆਗੇ। ਇੱਕ ਛਿਨ ਮਾਤਰ ਵਿੱਚ ਅੱਖ ਝਮਕਣ ਦੇ ਸਮੇਂ ਦੇ ਵਿੱਚ ਬਾਬੇ ਬਾਲੇ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਪਹੁੰਚਿਓ ਪਰਮ ਪਦੰ ਬੜ ਭਾਗੇ। ਤੇ ਇਸ ਤਰ੍ਹਾਂ ਇਹ ਵੱਡਿਆਂ ਭਾਗਾਂ ਵਾਲੇ ਬਾਬਾ ਬਾਲਾ ਜੀ ਇੱਕ ਛਿਨ ਮਾਤਰ ਦੇ ਵਿੱਚ ਆਪਣੇ ਪਰਮ ਪਿਆਰੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਉਹ ਪਾਵਨ ਸੱਚਖੰਡ ਵਿੱਚ ਪਹੁੰਚ ਗਏ। ਸ਼ੇਰੇ ਅੰਗਦ ਮਹਿ ਜੋਤ ਸਮਾਨੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਰੀਰ ਜਿਹੜਾ ਅਲੋਪ ਹੈ ਤੇ ਜੋਤ ਜਿਹੜੀ ਹੈ ਉਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਹੈ। ਜਿਉ ਪਾਨੇ ਮਹਿ ਮਿਲ ਹੈ ਪਾਨੇ। ਜਿਸ ਤਰ੍ਹਾਂ ਜਲ ਵਿੱਚ ਜਲ ਮਿਲ ਕੇ ਅਲੱਗ ਨਹੀਂ ਨਾ ਹੁੰਦਾ, ਇਸ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਵਿੱਚ ਜੋਤ ਮਿਲੀ ਹੋਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ। ਤੇਹ ਛੇਨ ਸ਼੍ਰੀ ਤ੍ਰਿਹਣ ਕੁਲ ਰਾਏ। ਜਿਸ ਵੇਲੇ ਬਾਬੇ ਬਾਲੇ ਜੀ ਨੇ ਸਰੀਰ ਤਿਆਗਿਆ ਤਾਂ ਉਸ ਵੇਲੇ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਗਰੀਬ ਨਵਾਜ ਜੀ ਨੇ ਕਹਿ ਕਹਿ ਭਲੇ ਚਿਤਾ ਕਰਵਾਏ। ਗੁਰ ਸਿੱਖਾਂ ਨੂੰ ਹੁਕਮ ਕੀਤਾ, ਭਾਈ ਬਾਬੇ ਬਾਲੇ ਜੀ ਵਾਸਤੇ ਸੋਹਣੀ ਚਿਖਾ ਤਿਆਰ ਕਰਵਾਓ। ਝਟ ਦੇਣੀ ਮਹਾਰਾਜ ਦੇ ਹੁਕਮ ਮੁਤਾਬਕ ਚਿਖਾ ਤਿਆਰ ਹੋ ਗਈ। ਸਿੱਖਨ ਤੇ ਤਨ ਕੋ ਉਚਵਾਏ। ਅਤੇ ਸਾਰੀ ਸਰੀਰਕ ਕਿਰਿਆ ਕਰਵਾ ਕੇ ਗੁਰਾਂ ਨੇ ਗੁਰੂ ਕੇ ਸਿੱਖਾਂ ਦੇ ਪਾਸੋਂ ਬਵਾਨ ਦੇ ਵਿੱਚ ਲਿਟਾ ਕੇ ਬਾਬੇ ਬਾਲੇ ਜੀ ਨੂੰ ਕੰਧਿਆਂ ਤੇ ਚੁਕਵਾ ਲਿਆ। ਰਾਖਿਓ ਉਪਰ ਤਾਹੇ ਬਣਾਏ। ਜੋ ਸੋਹਣੀ ਚਿਖਾ ਤਿਆਰ ਕਰਵਾਈ ਹੋਈ ਸੀ ਉਹਦੇ ਵਿੱਚ ਸਰੀਰ ਬਾਬੇ ਬਾਲੇ ਜੀ ਦਾ ਰਖਾ ਦਿੱਤਾ। ਬਹੁਰੋ ਆਪ ਨਿਕਟ ਚਲ ਆਏ। ਉਪਰੰਤ ਗਰੀਬ ਨਵਾਜ ਪਾਤਸ਼ਾਹ ਆਪ ਚਿਖਾ ਦੇ ਪਾਸ ਚੱਲ ਕੇ ਆਏ ਹਨ ਤੇਰਨ ਅਗਨੇ ਕੋ ਹੱਥ ਉਚਾਏ। ਅਤੇ ਆਪਣੇ ਹੱਥਾਂ ਦੇ ਨਾਲ ਬਾਬੇ ਬਾਲੇ ਜੀ ਦੇ ਉਹ ਸਰੀਰ ਨੂੰ ਚਿਖਾ ਨੂੰ ਲਾਂਬੂ ਲਾਉਣ ਵਾਸਤੇ ਅਗਨੀ ਹੱਥ ਵਿੱਚ ਪਕੜ ਲਈ ਗੁਰਾਂ ਨੇ। ਤਬ ਸਿੱਖ ਬਰਜ ਰਹੇ ਬਹੁ ਬਾਰੇ। ਬਹੁਤ ਗੁਰ ਸਿੱਖਾਂ ਨੇ ਰੋਕਿਆ ਵੀ ਮਹਾਰਾਜ ਬਹੁਤ ਸੰਗਤ ਹੈ, ਕਿਸੇ ਨੂੰ ਹੁਕਮ ਕਰੋ, ਚਿਖਾ ਦੀ ਸਾਰੀ ਸੇਵਾ ਨਿਭਾ ਦਿੰਦਾ ਹੈ। ਬਹੁਤ ਰੋਕਣਾ ਕੀਤਾ ਗੁਰਾਂ ਨੂੰ। ਨਿਜ ਕਰ ਸੰਗ ਦਾਹੁ ਦੇ ਜਾਰੇ। ਪਰ ਸੱਚੇ ਪਾਤਸ਼ਾਹ ਨੇ ਕਿਸੇ ਦਾ ਬਚਨ ਨਹੀਂ ਸੁਣਿਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜੀਵਨ ਭਰ ਸੇਵਾ ਕਰਨ ਵਾਲੇ ਬਾਬੇ ਬਾਲੇ ਜੀ ਦੀ ਅੰਤਮ ਸਰੀਰਕ ਕਿਰਿਆ ਸਾਰੀ ਹੀ ਆਪ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ। ਅਗਨੀ ਭੇਟਾ ਕੀਤੀ, ਚਿਖਾ ਦੀਆਂ ਲੱਕੜਾਂ ਆਦਿਕ ਸਭ ਜੋ ਵੀ ਕਿਰਿਆ ਸੀ ਸਭ ਗਰੀਬ ਨਵਾਜ ਨੇ ਆਪਣੇ ਹੱਥੀਂ ਕਰਨੀ ਕੀਤੀ। ਜੇਹ ਸਤਿਗੁਰ ਕੋ ਸੇਵਕ ਪਿਆਰੇ। ਕਿਉਂਕਿ ਸਾਧ ਸੰਗਤ ਜੀ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਸਾਰੀਆਂ ਸੰਗਤਾਂ ਦੇ ਪਿਆਰੇ ਹੁੰਦੇ, ਜਿਹੜੇ ਸੇਵਾ ਕਰਕੇ ਮਾਣ ਖੱਟ ਜਾਂਦੇ ਇਸ ਦੁਨੀਆ ਦੇ ਵਿੱਚੋਂ। ਆਪਰ ਨਾ ਕੇਛ ਗਿਣ ਤੇ ਔਰ ਧਾਰੇ। ਤੇ ਫਿਰ ਗੁਰੂ ਵੀ ਉਹਨਾਂ ਵਾਸਤੇ ਕੋਈ ਗਿਣਤੀਆਂ ਮਿਣਤੀਆਂ ਨਹੀਂ ਕਰਦੇ। ਜਿਨ੍ਹਾਂ ਨੇ ਜੀਵਨ ਭਰ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਕੀ ਸੇਵਾ ਕੀਤੀ, ਗੁਰੂ ਕੀ ਸੰਗਤ ਦੀ ਸੇਵਾ ਕੀਤੀ, ਤੇ ਗੁਰੂ ਵੀ ਉਹਨਾਂ ਪ੍ਰਤੀ ਕੋਈ ਸੰਸਾਰੀ ਗਿਣਤੀਆਂ ਮਿਣਤੀਆਂ ਦੇ ਹਿਸਾਬ ਨਹੀਂ ਰੱਖਦੇ। ਬਹੁਤ ਰੋਕਿਆ ਸਿੱਖਾਂ ਨੇ, ਮਹਾਰਾਜ ਅਸੀਂ ਲਾਂਬੂ ਲਾਉਨੇ ਆ, ਅਸੀਂ ਚਿਖਾ ਦੀ ਸੇਵਾ ਕਰਦੇ ਆ, ਪਰ ਕਿਸੇ ਦੀ ਕੋਈ ਗੱਲ ਬਚਨ ਨਹੀਂ ਸੁਣਿਆ। ਮਹਾਰਾਜ ਨੇ ਆਪ ਆਪਣੇ ਹੱਥੀਂ ਸਾਰੀ ਸਰੀਰ ਦੀ ਅੰਤਮ ਕਿਰਿਆ ਬਾਬੇ ਬਾਲੇ ਜੀ ਦੀ ਸ੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਕੀਤੀ। ਬੈਸੇ ਬਹੁਰ ਸਰਬ ਸਿੱਖ ਮਾਹੇ। ਉਪਰੰਤ ਸਾਰੀਆਂ ਗੁਰੂ ਕੀਆਂ ਸੰਗਤਾਂ ਬੈਠ ਗਈਆਂ। ਬਾਲੇ ਕੇ ਉਸਤਾਦ ਬਹੁ ਪ੍ਰਾਹੇ। ਤਾਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਬਾਬੇ ਬਾਲੇ ਸਾਹਿਬ ਜੀ ਦੀ ਸਭ ਸੰਗਤਾਂ ਵਿੱਚ ਸੋਭਾ ਕੀਤੇ। ਧਨ ਧਨ ਸਭ ਹੈ ਨਰ ਕਹੇ। ਜਿੰਨੀਆਂ ਵੀ ਸੰਗਤਾਂ ਮਹਾਰਾਜ ਬਚਨ ਸੁਣਾ ਰਹੇ ਹੈ, ਸੰਗਤਾਂ ਸੁਣ ਰਹੀਆਂ ਹਨ। ਬਾਬੇ ਬਾਲੇ ਜੀ ਦਾ ਨਾਮ ਲੈ ਲੈ ਕੇ ਸਾਰੀ ਸੰਗਤ ਕਹਿੰਦੀ ਧੰਨ ਹੈ ਬਾਬਾ ਬਾਲਾ ਜੀ, ਜਿਨ੍ਹਾਂ ਪੂਰਾ ਜੀਵਨ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਬਤੀਤ ਕਰਤਾ ਸੇਵਾ ਕਰਦਿਆਂ ਹੋਇਆਂ। ਸ਼੍ਰੀ ਨਾਨਕ ਹਿਤਕਾਰੇ ਅਹੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਹਰ ਹੁਕਮ ਨੂੰ ਸੱਤ ਮੱਥੇ ਮੰਨਿਆ ਹੈ। ਜੇ ਗੁਰਾਂ ਨੇ ਕਿਹਾ ਬਾਲਿਆ ਆ ਸਾਧੂ ਪਈ ਭੁੱਖੇ ਬੈਠੇ ਐ, ਆ ਪਿਤਾ ਜੀ ਨੇ ਰੁਪਈਏ ਤਾਂ 20 ਦਿੱਤੇ ਨੇ, ਪਰ ਇਹਨਾਂ ਨੂੰ ਭੁੱਖੇ ਦੇਖ ਕੇ ਵੀ ਨਹੀਂ ਜਰਿਆ ਜਾਂਦਾ। ਇਸ ਤੋਂ ਵੱਡਾ ਵਪਾਰ ਤਾਂ ਕੋਈ ਹੋ ਹੀ ਨਹੀਂ ਸਕਦਾ, ਲਿਆ ਰਸਤੇ ਇਹਨਾਂ ਨੂੰ। ਤੇ ਉਸ ਵੇਲੇ ਬਾਬੇ ਬਾਲੇ ਨੇ ਸਾਤੀ ਬਚਨ ਕਿਹਾ ਸੀ। ਹੁਣ ਵਰਗਾ ਹੁੰਦਾ ਨਾ, ਕਹਿੰਦਾ ਪਿਓ ਤੇਰੇ ਨੂੰ ਜਵਾਬ ਤੂੰ ਦੇਣਾ ਕਿ ਮੈਂ ਦੇਣਾ, ਮੈਨੂੰ ਭੇਜਿਆ ਵੀ ਨਾਲ ਬੱਚਾ ਨਿਆਣਾ ਤੇ ਨਾਲ ਜਾਏ ਇਸ ਦੇ। ਉਸੇ ਵੇਲੇ ਚੂੜਕਾਣੇ ਦੀ ਮੰਡੀ 'ਚੋਂ ਰਸਤ ਲਿਆਂਦੀ, 20 ਰੁਪਈਆਂ ਦੀ ਰਸਤ ਲਿਆ ਕੇ ਕੜਾਹੀਆਂ ਚੜ੍ਹਾਤੀਆਂ, ਪੱਕੇ ਪਕਵਾਨ ਬਣਾ ਕੇ ਸਾਰੇ ਸਾਧੂਆਂ ਨੂੰ। ਜੇ ਮਹਾਰਾਜ ਨੇ ਕਿਹਾ ਬਾਲਿਆ
ਆਪਾਂ ਨੇ ਹੁਣ ਬਈ ਐਸ ਯਾਤਰਾ ਨੂੰ 7 ਵਚਨ ਜੀ ਉਸੇ ਵੇਲੇ ਨਾਲ ਜੋ ਵੀ ਹੁਕਮ ਕੀਤਾ ਜੀਵਨ ਭਰ ਬਾਬੇ ਬਾਲੇ ਜੀ ਨੇ ਕਦੀ ਗੁਰਾਂ ਦਾ ਹੁਕਮ ਨਹੀਂ ਮੋੜਿਆ। ਐਸੇ ਗੁਰਸਿੱਖ ਹੋਏ ਨੇ ਬਾਬਾ ਬਾਲਾ ਜੀ 7 ਬਚਨੀ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਭਾਈ ਬਾਲੇ ਕੋ ਪਰਲੋਕ ਗਮਨ ਪ੍ਰਸੰਗ ਵਰਣਨੰ ਨਾਮ 46ਵਾਂ ਅਧਿਆਇ। ਸੋ ਸਾਧ ਸੰਗਤ ਜੀ ਇਹ 44ਵਾਂ ਅਧਿਆਇ ਇੱਥੇ ਜਿਹੜਾ ਹੈ 47ਵਾਂ 46ਵਾਂ 44ਵਾਂ ਨਹੀਂ 46ਵਾਂ ਅਧਿਆਇ ਇੱਥੇ ਸਮਾਪਤ ਹੋ ਗਿਆ। ਇਹਦੇ ਵਿੱਚ ਬਾਬਾ ਬਾਲਾ ਜੀ ਦੀ ਸਾਰੀ ਕਥਾ ਆਖਰੀ ਦੀ ਆਈ ਹੈ। ਉਹਨਾਂ ਨੇ ਸੰਪੂਰਨ ਕਥਾ ਕਿਵੇਂ ਕੀਤੀ ਤੇ ਕਥਾ ਸੰਪੂਰਨ ਹੋਣ ਤੋਂ 2 ਮਹੀਨੇ ਬਾਅਦ ਆਪਣਾ ਸਰੀਰ ਤਿਆਗ ਦਿੱਤਾ। ਇਸੇ ਤਰ੍ਹਾਂ ਇਸ ਗ੍ਰੰਥ ਦੇ ਕਰਤਾ ਜਿਹੜੇ ਹਨ ਮਹਾਕਵੀ ਭਾਈ ਸੰਤੋਖ ਸਿੰਘ ਜੀ 1880 ਬਿਕਰਮੀ ਨੂੰ ਇਹ ਗ੍ਰੰਥ ਉਹਨਾਂ ਨੇ ਸੰਪੂਰਨ ਕੀਤਾ, ਜਿਸ ਦੀ ਕਥਾ ਆਪ ਸਰਵਣ ਕਰ ਰਹੇ ਹੋ। ਇਹਨੂੰ ਕਾਵ ਰੂਪ ਦਿੱਤਾ, ਸੁਧਾਈ ਕੀਤੀ। 20 ਸਾਲ ਦੀ ਮਿਹਨਤ ਉਹਨਾਂ ਨੇ ਕੀਤੀ। 20 ਸਾਲਾਂ ਵਿੱਚ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਧੰਨ ਕਲਗੀਧਰ ਪਿਤਾ ਸ਼ਮਸ਼ੇਰ ਬਹਾਦਰ ਸਤਿਗੁਰੂ ਪਰਮ ਪਿਤਾ ਜੀ ਦੀ ਕਥਾ ਥੋੜ੍ਹੀ ਜੀ ਵਿੱਚ ਟੂਕ ਮਾਤਰ ਗੁਰੂ ਕੇ ਖਾਲਸੇ ਦੀ ਤੇ ਉਹਨਾਂ ਨੇ ਸਰਵਣ ਕਰਵਾਈ ਤੇ 2 ਮਹੀਨਿਆਂ ਬਾਅਦ ਉਹ ਵੀ ਚਲਾਣਾ ਕਰ ਗਏ। ਇਹ ਕੁਦਰਤੀ ਕੋਈ ਪਰਮੇਸ਼ਵਰ ਵੱਲੋਂ ਬਖਸ਼ੀਆਂ ਹੋਈਆਂ ਨਿਮਿਤ ਰੂਹਾਂ ਆਉਂਦੀਆਂ ਨੇ, ਜਿਹੜੀ ਉਹਨਾਂ ਦੀ ਸੇਵਾ ਲੱਗਦੀ ਹੈ। ਜਿਸ ਨਿਮਿਤ ਲੱਗਦੀ ਹੈ ਉਹ ਸੇਵਾ ਨਿਭਾ ਕੇ ਇਸ ਸੰਸਾਰ ਤੋਂ ਅਲਵਿਦਾ ਹੋ ਜਾਂਦੇ। ਰਹਿਣਾ ਤਾਂ ਕਿਸੇ ਨਹੀਂ ਹੈ ਸੰਗਤ ਜੀ, ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਜਾਣਾ ਹੀ ਜਾਣਾ। ਜਿਹਦੇ ਮਨ ਵਿੱਚ ਇਹ ਵੀ ਗੱਲ ਵਸ ਜਾਵੇ ਨਾ ਵੀ ਮੈਂ ਤਾਂ ਕਿ ਪ੍ਰਾਹੁਣਿਆਂ ਵਾਂਗੂ ਆਇਆ, ਇਹ ਘਰ ਛੱਡ ਕੇ ਅਸਲ ਘਰ ਜਾਣਾ ਹੈ, ਉਹ ਵੀ ਪਾਪ ਕਰਨ ਤੋਂ 1000 ਵਾਰ ਸੰਕੋਚ ਕਰਦਾ। 100 ਵਾਰ ਨਹੀਂ, 1000 ਵਾਰ ਪਾਪ ਉਹੀ ਕਰਦੇ ਹੈ, ਉਹੀ ਈਰਖਾ ਕਰਦੇ ਹੈ, ਉਹੀ ਹਉਮੈ ਦੇ ਬੱਝੇ ਹੋਏ, ਹੰਕਾਰ ਦੇ ਵਿੱਚ ਬੱਝੇ ਹੋਏ, ਈਰਖਾ ਦੀ ਅੱਗ ਵਿੱਚ ਸੜਦੇ ਹੈ, ਜਿਨ੍ਹਾਂ ਨੇ ਇੱਥੇ ਥਿਰ ਰਹਿਣਾ ਮੰਨਿਆ ਹੋਇਆ। 4 ਦਿਵਸ ਕੇ ਪਾਹਨ ਤੁਮੇ ਆਏ ਬਹੁ ਜੁਗ ਆਸ ਬੰਧਾਏ। ਜੁਗਾਂ ਦੀਆਂ ਆਸਾਂ ਬੰਨ੍ਹ ਕੇ ਬੈਠੇ ਈਰਖਾ ਲੜਾਈਆਂ ਕਰਦੇ। ਤੇ ਜੇ ਕਿਤੇ ਇਸ ਤਰ੍ਹਾਂ ਮਨ ਵਿੱਚ ਇਹੀ ਗੱਲ ਵਸ ਜਾਵੇ ਵੀ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਰਭ ਹੰਡੀਏ। ਹੰਕਾਰ ਕਿਉਂ ਹੰਡਾਉਣਾ ਸਰੀਰ ਦੇ ਉੱਤੇ ਜੇ ਰਹਿਣਾ ਹੀ ਨਹੀਂ। ਇੰਨਾ ਵੀ ਇੱਕ ਸ਼ਬਦ ਹਿਰਦੇ ਵਿੱਚ ਵਸ ਜਾਵੇ ਨਾ ਵੀ ਇਹ ਦੁਨੀਆ ਇੱਕ ਦਿਨ ਅਸੀਂ ਛੱਡ ਕੇ ਜਾਣੀ, ਤਾਂ ਵੀ ਜੀਵਨ ਸਫਲਾ ਹੋ ਜਾਂਦਾ। 100 ਵਾਰ ਮਨੁੱਖ ਪਾਪ ਕਰਮ ਕਰਨ ਲੱਗਾ ਸੋਚਦਾ ਵੀ ਜੇ ਰਹਿਣਾ ਹੀ ਨਹੀਂ ਤੇ ਮੂੰਹ ਕਾਲਾ ਕਾਹਨੂੰ ਕਰਵਾਉਣਾ ਇਹ ਪਾਪ ਕਰਕੇ। ਇਸ ਵਾਸਤੇ ਸਤਿਗੁਰੂ ਕਿਰਪਾ ਕਰਨ ਬਾਬੇ ਬਾਲੇ ਜੀ ਦੀ ਇਹ ਕਥਾ ਇੱਥੇ ਸੰਪੂਰਨ ਹੋਈ ਹੈ। 46ਵਾਂ ਅਧਿਆਇ ਸੰਪੂਰਨ ਹੋਇਆ ਹੈਗਾ। ਨਾਲ ਹੀ ਬਾਬੇ ਬਾਲੇ ਜੀ ਨੇ ਜੋ ਕਥਾ ਸਤਿਗੁਰਾਂ ਨੂੰ ਸਰਵਣ ਕਰਵਾਈ ਸੀ ਤੇ ਨਾਲ ਹੀ ਉਹਨਾਂ ਦੇ ਸਰੀਰ ਦਾ ਇਹ ਸਾਰਾ ਪ੍ਰਸੰਗ ਇਸ 46ਵੇਂ ਅਧਿਆਇ ਦੇ ਵਿੱਚ ਆਇਆ ਹੈ। 47ਵਾਂ ਅਧਿਆਇ ਉਸ ਦੀ ਅੱਗੇ ਆਰੰਭਤਾ ਹੋ ਰਹੀ ਹੈ। ਮਰਜ਼ਾਦਾ ਅਨੁਸਾਰ ਮੰਗਲ ਕਰ ਰਹੇ ਨੇ ਮਹਾਕਵੀ ਭਾਈ ਸੰਤੋਖ ਸਿੰਘ ਜੀ। ਦੋਹਰਾ ਸਾਰਸਵਤੀ ਸਿਮਰਨ ਉਦਦ ਕਵਿਤਾ ਪ੍ਰਾਦ ਜਿਉ ਇੰਦ। ਕਹਿਣ ਲੱਗੇ ਜਿਹੜਾ ਸਰਸਵਤੀ ਦੇਵਤਾ ਦਾ ਯਾਦਕਾਰ ਰੂਪੀ ਸਮੁੰਦਰ ਹੈ ਨਾ, ਤੇ ਉਹਦੇ ਵਿੱਚ ਪੂਰਨਮਾਸੀ ਰੂਪੀ ਕਵਿਤਾ, ਕਿਉਂਕਿ ਜਾ ਸਾਧ ਸੰਗਤ ਜੀ ਪੂਰਨਮਾਸੀ ਦਾ ਰਾਤ ਹੁੰਦੀ ਹੈ ਤੇ ਉਸ ਵੇਲੇ ਜਵਾਰ ਆਉਂਦਾ ਹੈ ਸਮੁੰਦਰ ਦੇ ਵਿੱਚ। ਕਿਉਂਕਿ ਇਹ ਆਸਤਾ ਆਸਤਾ ਜਿਵੇਂ ਜਿਵੇਂ ਚੰਦਰਮਾ ਵੱਧਦਾ ਹੈ ਤਿਵੇਂ ਤਿਵੇਂ ਸਮੁੰਦਰ ਜਿਹੜਾ ਹੈ ਇਹਦੀਆਂ ਛੱਲਾਂ ਵੱਧਦੀਆਂ ਨੇ। ਪੂਰਨਮਾਸ਼ੀ ਨੂੰ ਪੂਰੇ ਜੋਬਨ 'ਤੇ ਹੁੰਦਾ ਹੈਗਾ। ਸਰਸਵਤੀ ਦੇ ਸਮੁੰਦਰ ਵਿੱਚੋਂ ਚੰਦਰਮਾ ਰੂਪੀ ਕਵਿਤਾ ਪ੍ਰਗਟ ਹੁੰਦੀ ਹੈ। ਬਿਗਸਤ ਸ਼ਰੋਤਾ ਕੁਮਦ ਸੋਨ ਕੋਕ ਬੇਮੁਖ ਦੁਖ ਦੰਦ। ਜਿਸ ਤਰ੍ਹਾਂ ਚੰਦਰਮਾ ਪੂਰਨਮਾਸੀ ਦੇ ਨੂੰ ਦੇਖ ਕੇ ਸਾਰੀ ਰਾਤ ਕੁਮਦੀਆਂ ਦੇ ਫੁੱਲ ਖਿੜੇ ਰਹਿੰਦੇ ਨੇ, ਉਹਨਾਂ ਦੇ ਮੂੰਹ ਬੰਦ ਨਹੀਂ ਹੁੰਦੇ। ਆ ਚਿੱਟਾ ਕਵਲ ਜਿਹੜਾ ਨੂੰ ਕੁਮਦੀ ਕਹਿ ਦਿੰਦੇ ਆ, ਰਾਤ ਨੂੰ ਖਿੜਦਾ ਹੈਗਾ ਚੰਦਰਮਾ ਦੇਖ ਕੇ। ਜਿਸ ਤਰ੍ਹਾਂ ਚੰਦਰਮਾ ਨੂੰ ਵੇਖ ਕੇ ਕੁਮਦੀ ਖੁਸ਼ ਹੁੰਦੀ ਹੈ, ਸਾਰੀ ਰਾਤ ਖਿੜੀ ਰਹਿੰਦੀ ਹੈ, ਇਸੇ ਤਰ੍ਹਾਂ ਇਹ ਗੁਰੂ ਕੇ ਇਤਿਹਾਸ ਦੀ ਕਵਿਤਾ ਰੂਪੀ ਚੰਦਰਮਾ ਨੂੰ ਦੇਖ ਕੇ ਗੁਰੂ ਕੇ ਸੁੱਖਾਂ ਦੇ ਹਿਰਦੇ ਜਿਹੜੇ ਹੈ ਬਾਗੋ ਬਾਗ ਹੁੰਦੇ, ਪ੍ਰਸੰਨ ਹੁੰਦੇ ਹਨ, ਖਿੜੇ ਰਹਿੰਦੇ ਹਨ। ਚਾਉ ਪਏ ਆਵ ਸ਼੍ਰੀ ਅੰਗਦ ਕੇ ਸੁਨ ਕਥਾ। ਹੁਣ ਸੰਗਤ ਜੀ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਥਾ ਆਰੰਭ ਹੋਣ ਲੱਗੀ ਹੈ ਵੀ ਕਿਵੇਂ ਗੁਰੂ ਘਰ ਦੇ ਨਾਲ ਇਹ ਜੁੜੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ
ਜਨਮਾਂ ਦਾ ਪਿਆ ਹੋਇਆ ਵਿਛੋੜਾ ਹੁਣ ਕਿਵੇਂ ਮਹਾਰਾਜ ਦਾ ਮਿਲਾਪ ਗੁਰੂ ਨਾਨਕ ਸਾਹਿਬ ਨਾਲ ਹੋਵੇਗਾ। ਭਏ ਜਥਾ ਉਚਰੋ ਮੈਂ ਤਥਾ। ਜਿਸ ਤਰ੍ਹਾਂ ਸਾਰੀ ਵਾਰਤਾ ਹੋਈ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਾਪ ਹੋਣਾ, ਗੁਰਤਾ ਗੱਦੀ ਪ੍ਰਾਪਤ ਹੋਣੀ ਆਦਿਕ ਜਿੰਨਾ ਵੀ ਪ੍ਰਸੰਗ ਹੈ, ਜਿਵੇਂ ਜਿਵੇਂ ਹੋਇਆ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਤਿਵੇਂ ਤਿਵੇਂ ਸੰਗਤ ਜੀ ਮੈਂ ਆਪ ਜੀ ਨੂੰ ਸਰਵਣ ਕਰਵਾਵਾਂਗਾ। ਜੰਗਲ ਮਤੇ ਜੋ ਹੁਤੇ ਸਰਾਏ। ਇਹ ਜੰਗਲ ਦਾ ਇਲਾਕਾ ਹੈ ਸਾਧ ਸੰਗਤ ਜੀ, ਮਾਲਵੇ ਨੂੰ ਤੇ ਇਹ ਭਾਗ ਲਾਏ ਹੈ ਧੰਨ ਮੇਰੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ। ਜਿਸ ਵੇਲੇ ਚਮਕੌਰ ਦੀ ਜੰਗ ਵਿੱਚੋਂ ਗੁਰੂ ਨਿਕਲੇ, ਜੋੜਾ ਵੀ ਪੈਰਾਂ ਤੋਂ ਉਤਰ ਗਿਆ ਤੇ ਜਿੱਥੇ ਗੁਰਾਂ ਦੇ ਚਰਨ ਪੈਂਦੇ ਨੇ ਸਾਧ ਸੰਗਤ ਜੀ, ਉੱਥੇ 9 ਨਦੀਆਂ 18 ਸਿੱਧੀਆਂ ਬਰਕਤਾਂ ਆਉਂਦੀਆਂ ਨੇ। ਤੇ ਮਹਾਰਾਜ ਦੇ ਤੇ ਨੰਗੇ ਹੀ ਪੈਰ ਧਰਤੀ ਦੇ ਵਿੱਚ ਖੁੱਭਦੇ ਗਏ। ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ, ਧਰਤੀ ਦੀ ਛਾਤੀ ਵਿੱਚ ਚਰਨ ਲਾ ਲਾ ਕੇ ਮੋਹਰਾਂ ਲਾ ਦਿੱਤੀਆਂ ਬਾਗੋ ਬਾਗ ਹੋਣ ਦੀਆਂ। ਇਹ ਜਿਹੜੀ ਧਰਤੀ ਨੂੰ ਜੰਗਲ ਕਿਹਾ ਜਾਂਦਾ ਸੀ, ਉਜਾੜ ਕਿਹਾ ਜਾਂਦਾ ਸੀ, ਉਹਨੂੰ ਮਾਲੋ ਮਾਲ ਕਰਕੇ ਮਾਲਵੇ ਦਾ ਨਾਮ ਮਹਾਰਾਜ ਨੇ ਦਿੱਤਾ। ਮਹਾਂਪੁਰਖ ਕਈ ਇਤਿਹਾਸ ਸੁਣਾਉਂਦੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਦਾਸ ਬਚਪਨ ਵਿੱਚ ਸੁਣਦਾ, ਕਹਿੰਦੇ ਜਦ ਮਹਾਰਾਜ ਨੇ ਨਾ ਸਾਰਾ ਖਜ਼ਾਨਾ ਸਤਲੁਜ ਦਰਿਆ ਦੇ ਵਿੱਚ ਟੋਏ ਗੱਡ ਕੇ ਤੇ ਦਬਾ ਦਿੱਤਾ, ਪੰਡਿਤ ਸਰੂਪ ਹੋ ਕੇ, ਬ੍ਰਾਹਮਣ ਗਰੀਬ ਸਰੂਪ ਹੋ ਕੇ ਦਰਿਆ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਕਹਿਣ ਲੱਗਾ ਮਹਾਰਾਜ ਇੰਨੀਆਂ ਕੀਮਤੀ ਵਸਤੂਆਂ, ਹੀਰੇ ਜਵਾਹਰਾਤ, ਸੋਨੇ ਦਾ ਹੀ ਕੋਈ ਅੰਤ ਨਹੀਂ, ਕਿੰਨੇ ਛੱਟਾਂ ਭਰੀਆਂ ਹੋਈਆਂ ਦਬਾਤੀਆਂ, ਹੀਰੇ ਜਵਾਹਰਾਤਾਂ ਦਾ ਕੋਈ ਅੰਤ ਨਹੀਂ ਆਉਂਦਾ, ਇਹ ਮੇਰੇ ਪਾਸੋਂ ਲਓਗੇ ਕਦੋਂ? ਇਹ ਅਮਾਨਤ ਕਿੰਨੀ ਦੇਰ ਮੈਨੂੰ ਸੰਭਾਲ ਕੇ ਰੱਖਣੀ ਪਊਗੀ? ਤੇ ਮਹਾਂਪੁਰਖ ਅਨੁਭਵੀ ਪ੍ਰਕਾਸ਼ ਬਚਨ ਦੱਸਦੇ, ਕਹਿਣ ਲੱਗੇ ਗੁਰਾਂ ਨੇ ਬਚਨ ਕੀਤੇ, ਸਤਲੁਜ ਤੇਰੇ ਪਾਸੋਂ ਅਸੀਂ ਇਹ ਖਜ਼ਾਨਾ ਲੈਣਾ ਨਹੀਂ ਹੈ ਵਾਪਸ, ਅਸੀਂ ਇਹ ਤੈਨੂੰ ਮਾਇਆ ਦੇ ਰਹੇ ਹਾਂ। ਸਾਡੇ ਸਿੱਖ ਜਿੱਥੇ ਰਹਿਣਗੇ ਜਾ ਕੇ ਤੂੰ ਉਹਨਾਂ ਨੂੰ ਜਲ ਦੇਣਾ ਹੈ। ਇਹ ਮਾਲਵੇ ਦੀ ਧਰਤੀ ਦੇ ਵਿੱਚ ਸਤਲੁਜ ਦਾ ਦਰਿਆ ਦਾ ਜਿਹੜਾ ਜਲ ਹੈ ਸਾਰਾ ਹੀ ਜਾ ਰਿਹਾ। ਜਿਹੜੇ ਮਾਲਵੇ ਦੇ ਸਿੰਘ ਰਹਿਣ ਵਾਲੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਹ ਨਹਿਰਾਂ ਨਿਕਲਦੀਆਂ ਗਈਆਂ ਭਾਖੜੇ ਤੋਂ, ਔਰ ਇਸੇ ਤਰ੍ਹਾਂ ਫਿਰ ਅੱਗੇ ਜਾ ਕੇ ਹਰੀਕੇ ਦਰਿਆ ਤੋਂ ਕੁਝ ਰਾਜਸਥਾਨ ਨੂੰ ਅੱਗੇ ਚਲ ਜਾਂਦੀਆਂ ਜਿੱਥੇ ਸਿੰਘ ਰਹਿੰਦੇ ਆ। ਇੱਕ ਨਹਿਰ ਜਿਹੜੀ ਹੈ ਉਹ ਮਾਲਵੇ ਵਿੱਚ ਖੁੱਲ੍ਹ ਜਾਂਦੀ ਹੈ, ਇੱਕ ਸਿੱਧੀ ਬੰਨ੍ਹਦੀ ਅੱਗੇ ਰਾਜਸਥਾਨ ਦੀ ਧਰਤੀ ਵਿੱਚ ਜਾ ਕੇ ਖੁੱਲ੍ਹਦੀ ਹੈ। ਭਾਵੇਂ ਗੁਰਾਂ ਦੀ ਖਰੀਦਿਆ ਹੋਇਆ ਜਲ ਹੈ, ਕੋਈ ਆਸਾਨ ਨਹੀਂ ਹੈ ਕਿਸੇ ਸਰਕਾਰ ਦਾ ਜਾਂ ਕਿਸੇ ਵਰਨ ਦੇਵਤੇ ਦਾ। ਇਹ ਗੁਰਾਂ ਨੇ ਆਪਣੇ ਬੱਚਿਆਂ ਨੂੰ ਤਾਰਨ ਵਾਸਤੇ ਅਰਬਾਂ ਖਰਬਾਂ ਦਾ ਖਜ਼ਾਨਾ ਦਰਿਆ ਨੂੰ ਦੇ ਕੇ ਤੇ ਜਲ ਉਸ ਤੋਂ ਲਿਆ ਹੋਇਆ ਵਿਆਜ ਦੇ ਵਿੱਚ। ਵਿਆਜ ਤਾਂ ਲੈਣਾ ਮਨ੍ਹਾ ਹੈ, ਪਰ ਉਹ ਅਮਾਨਤ ਦੇ ਬਤੌਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਹੇ ਸੀ, ਅਸੀਂ ਮਾਇਆ ਨਹੀਂ ਤੇਰੇ ਪਾਸੋਂ ਲੈਣੀ, ਇਹ ਸਾਡੇ ਸਿੰਘ ਜਿੱਥੇ ਰਹਿਣਗੇ ਉਹਨਾਂ ਨੂੰ ਤੂੰ ਜਲ ਦੇਣਾ। ਇਹ ਸਾਰੀ ਧਰਤੀ ਰੇਤਾ ਹੀ ਰੇਤਾ ਹੋਇਆ ਕਰਦੀ, ਟਿੱਬੇ ਟਿੱਬੇ ਕੁਛ ਵੀ ਨਹੀਂ ਸੀ। ਤੇ ਉੱਥੇ ਉਹ ਡੇਲੇ ਹੋਣੇ ਜਿਨ੍ਹਾਂ ਦਾ ਅਚਾਰ ਬਣਾ ਲੈਣਾ, ਜਾਂ ਪੀਲੂ ਹੋਣੇ, ਪੀਲੂ ਪੱਕੇ ਹੋਏ ਖੱਟ ਮਿੱਠੇ ਜਿਹੇ ਹੋਣੇ, ਤੇ ਉਹ ਪਾਣੀ 'ਚ ਭਿਉਂ ਕੇ ਰੱਖੀ ਜਾਣੇ ਤੇ ਪਾਣੀ 'ਚ ਭਿਉਂ ਲੈਣੇ ਡਬੋ ਡਬੋ ਕੇ, ਉਹ ਖਾਣੇ। ਜਾਂ ਕਦੀ ਬਰਸਾਤ ਹੋ ਜਾਣੀ, ਥੋੜ੍ਹਾ ਬਹੁਤਾ ਗਵਾਰ ਬਾਜਰਾ ਹੋ ਜਾਣਾ ਤੇ ਉਹਦੀ ਖਿਚੜੀ ਬਣਾ ਲੈਣੀ, ਜਾਂ ਥੋੜ੍ਹਾ ਬਹੁਤਾ ਆਟਾ ਪੀਸ ਕੇ ਕਦੀ 8 ਪਹਿਰਾ ਦੂਜੇ ਤੀਜੇ ਦਿਨ ਬਾਜਰੇ ਦੀਆਂ ਰੋਟੀਆਂ ਕਦੋਂ ਪਕਾ ਕੇ ਖਾ ਲੈਣੀਆਂ। ਇਹ ਹਾਲਤ ਸੀ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਇਹ ਬਰਕਤਾਂ ਉਸ ਜੰਗਲ ਦੀ ਧਰਤੀ ਨੂੰ ਲਾਈਆਂ ਮਹਾਰਾਜ ਨੇ ਚਰਨ ਪਾ ਕੇ ਨੰਗੇ ਪੈਰਾਂ ਦੇ ਨਾਲ। ਜੋੜਾ ਉਤਰ ਗਿਆ ਮਹਾਰਾਜ ਦਾ ਤੇ ਨੰਗੇ ਚਰਨ ਮਾਲਵੇ ਦੀ ਧਰਤੀ ਦੀ ਛਾਤੀ ਵਿੱਚ ਲਾਏ। ਮਹਾਰਾਜ ਕਿੱਥੋਂ ਤੱਕ ਨੰਗੇ ਪੈਰੀਂ ਚੱਲੇ ਗਏ। ਤੇ ਇਸ ਤਰ੍ਹਾਂ ਸਤਿਗੁਰਾਂ ਨੇ ਇਹ ਕਿਰਪਾ ਕੀਤੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਉਹ ਜੰਗਲ ਦਾ ਇਲਾਕਾ, ਉਜੜਿਆ ਹੋਇਆ ਇਲਾਕਾ ਜਿਹਨੂੰ ਮਾਲੋ ਮਾਲ ਗੁਰਾਂ ਨੇ ਕਰ ਦਿੱਤਾ। ਉਹਦੇ ਵਿੱਚ ਇੱਕ ਨਗਰ ਹੈ ਮੱਤੇ ਦੀ ਸਰਾਂ, ਜਿਹਨੂੰ ਅੱਜ ਕੱਲ੍ਹ ਆਪਾਂ ਨਾਂਗੇ ਦੀ ਸਰਾਂ ਨਾਲ ਯਾਦ ਕਰਦੇ ਹਾਂ। ਸ੍ਰੀ ਮੁਕਤਸਰ ਸਾਹਿਬ ਜੀ ਦੇ ਪਾਸ ਹੈ ਇਹ ਨਗਰ। ਕੋਟਕਪੂਰੇ ਤੋਂ ਜਾਈਏ ਸੜਕ ਦੇ ਰਸਤੇ ਤੇ ਅੱਧ ਵਿਚਾਲੇ ਇਹ ਨਗਰ ਆਉਂਦਾ ਹੈ ਨਾਂਗੇ ਦੀ ਸਰਾਂ, ਮੱਤੇ ਦੀ ਸਰਾਂ ਵੀ ਕਿਹਾ ਜਾਂਦਾ। ਉੱਥੇ ਮਹਾਰਾਜ ਦਾ ਅਵਤਾਰ ਹੋਇਆ ਹੈ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ। ਮਨ ਪੁਨੀਤ ਫੇਰੂ ਤਹ ਥਾਏ। ਤੇ ਉੱਥੇ ਨਾ ਨਾਂਗੇ ਦੀ ਸਰਾਂ ਦੇ ਵਿੱਚ ਬਾਬਾ ਫੇਰੂ ਜੀ ਬਹੁਤ ਪਵਿੱਤਰ ਰੂਹ ਰਿਹਾ ਕਰਦੇ ਸਨ।
ਤੇਹਣ ਗੋਤ ਛਤਰੀ ਜਹ ਜਾਤੇ ਤੇ ਛਤਰੀਆਂ ਦੇ ਵਿੱਚੋਂ ਤੇਹਣ ਗੋਤ ਦੇ ਇਹ ਛਤਰੀ ਸਨ। ਕਰਮ ਧਰਮ ਮਹਿ ਸਭ ਵਿਖਿਆਤੇ ਤੇ ਕਰਮ ਧਰਮ ਦੇ ਵਿੱਚ ਪਰਪੱਕ ਸਨ। ਤੇਹ ਘਰ ਜਨਮਿਓ ਸੋਤ ਸੁਖਦਾਏ ਬਾਬਾ ਫੇਰੂ ਜੀ ਦੇ ਘਰੇ ਤਨ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਲਹਿਣਾ ਨਾਮ ਧਰਿਓ ਹਿਤ ਲਾਏ ਬਾਬਾ ਫੇਰੂ ਜੀ ਦੇ ਘਰੇ ਜਦ ਇਹ ਰੱਬੀ ਰੂਹ ਪੈਦਾ ਹੋਈ, ਉਸ ਰੱਬ ਦਾ ਨਾਮ ਬਾਲ ਰੂਪ ਦੇ ਵਿੱਚ ਲਹਿਣਾ ਜੀ ਕਰਕੇ ਰੱਖਿਆ ਗਿਆ। ਜਨਮਤ ਭਗਤ ਸੰਗ ਜਿਸ ਆਏ ਇਹ ਜਿਹਾ ਜਨਮ ਤੋਂ ਲੈ ਕੇ ਜਦ ਅਵਤਾਰ ਧਾਰਿਆ ਗੁਰਾਂ ਨੇ, ਤਦੋਂ ਤੋਂ ਹੀ ਹਿਰਦੇ ਦੇ ਵਿੱਚ ਬ੍ਰਹਮ ਅਵਸਥਾ ਦੀ ਜੋਤ ਜਗਦੀ ਸੀ। ਕਿਦੋਂ ਤਾਹੇ ਨਿਜ ਦੇਹ ਬਣਾਏ ਤੇ ਜਾਂ ਐ ਸਮਝੋ ਵੀ ਬ੍ਰਹਮ ਨੇ ਆਪ ਹੀ ਆਪਣਾ ਸਰੂਪ ਲਹਿਣਾ ਨਾਮ ਰਖਾ ਕੇ ਮੱਤੇ ਦੀ ਸਰਾਉਂ ਦੇ ਵਿੱਚ ਪ੍ਰਗਟ ਕੀਤਾ ਹੈ, ਜੋਤ ਜਗਾਈ ਹੈ। ਧੀਰਜ ਖਿਮਾ ਪੂਜਾ ਜਿਹ ਸੋਹਾ ਧੀਰਜ ਅਤੇ ਖਿਮਾ, ਕਿਸੇ ਨੂੰ ਮਾਫ ਕਰ ਦੇਣਾ, ਅਤੇ ਹੌਸਲਾ, ਇਹ ਦੋ ਬਾਹਾਂ ਸਾਜੀਆਂ ਹੋਈਆਂ ਨੇ ਇਸ ਰੱਬੀ ਰੂਹ ਦੀਆਂ। ਅਜਰ ਜਰਨ ਸ਼ੁਭ ਰਿਦਾ ਭਇਓ ਹੈ ਅਤੇ ਜੋ ਤਾਕਤ ਨਾ ਜਰੀ ਜਾਣ ਵਾਲੀ ਹੋਵੇ, ਉਹਨੂੰ ਜਰ ਕੇ ਸੰਭਾਲ ਕੇ ਰੱਖਣ ਰੂਪੀ ਹਿਰਦਾ ਹੈ ਇਸ ਰੱਬੀ ਰੂਹ ਦਾ ਬਾਬੇ ਲਹਿਣੇ ਜੀ ਦਾ। ਮੈਤਰੇ ਮੁਦਤਾ ਜੰਗ ਸੁਹਾਏ ਇਸੇ ਤਰ੍ਹਾਂ ਆਨੰਦਤਾ, ਪ੍ਰਸੰਨਤਾ, ਖੁਸ਼ੀ ਤੇ ਮਿੱਤਰਤਾ, ਖੁਸ਼ੀ ਤੇ ਮਿੱਤਰਤਾ ਇਹ ਦੋ ਜਾਂਗਾਂ ਹਨ ਸੱਚੇ ਪਾਤਸ਼ਾਹ ਮਹਾਰਾਜ ਦੀਆਂ। ਘਟ ਕਰੁਣਾ ਕੇ ਆਤ ਛਬ ਪਾਏ ਅਤੇ ਇਹ ਲੱਕ ਜਿਹੜਾ ਹੈ ਇਹ ਕਰੁਣਾ ਦੀ ਕਮਰ ਹੈ, ਦਇਆ ਦਾ ਲੱਕ ਹੈ। ਦਇਆ ਨੇ ਕਮਰ ਧਾਰਨ ਕੀਤੀ ਹੋਈ ਹੈ ਸਤਿਗੁਰਾਂ ਦੀ। ਭਾਉ ਬਦਨ ਮਨ ਪ੍ਰੇਮ ਬਣਾਏ ਇਸੇ ਤਰ੍ਹਾਂ ਭਾਉ ਪ੍ਰੇਮ ਦਾ ਇਹ ਚਿਹਰਾ ਹੈ ਮਹਾਰਾਜ ਦਾ, ਜਿਹਦੇ ਵਿੱਚੋਂ ਹਰ ਵੇਲੇ ਪਿਆਰ ਦੀ ਝਲਕ ਪੈਂਦੀ ਹੈ। ਚਿਹਰੇ ਵਿੱਚ ਰਸਨਾ ਹੈ, ਉਹਦੇ ਵਿੱਚੋਂ ਸ਼ਬਦ ਵੀ ਪਿਆਰ ਦੇ, ਤੇ ਮਹਾਰਾਜ ਦੇ ਚਿਹਰੇ ਨੇ ਤੱਕਣ ਨਾਲ ਹਰ ਪਾਸੇ ਪਿਆਰ ਹੀ ਪਿਆਰ ਸਤਿਗੁਰੂ ਜੀ ਵੰਡਦੇ ਹਨ। ਸਾਮ ਦਾਮ ਜਾਂ ਕੇ ਕਰਨ ਸੁਹਾਏ ਇਸੇ ਤਰ੍ਹਾਂ ਸਮ ਤੇ ਦਮ ਰੂਪ ਇਹ ਕਰਨ ਨੇ ਸੱਚੇ ਪਾਤਸ਼ਾਹ ਮਹਾਰਾਜ ਦੇ। ਧਿਆਨ ਕਰਨ ਲਿਵ ਲਾਗਨ ਜੋ ਇਸੇ ਤਰ੍ਹਾਂ ਧਿਆਨ ਧਾਰਨਾ ਤੇ ਸੁਰਤੀ ਨੂੰ ਜੋ ਜੋੜਨਾ ਹੈ। ਦਵਾ ਲੋਚਨ ਸ਼ੋਭਤ ਸ਼ੁਭ ਸੋ ਇਹ ਸਮਝੋ ਦੋ ਨੇਤਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਗਿਆਨ ਸੇਸ ਜਿਹ ਕੇਰ ਬਿਰਾਜਤ ਅਤੇ ਇਸੇ ਤਰ੍ਹਾਂ ਗਿਆਨ ਜਿਹੜਾ ਹੈ, ਗਿਆਨ ਦਾ ਸੀਸ ਤੇ ਮੁਕਟ ਸੋਭਾ ਪਾ ਰਿਹਾ ਹੈ। ਸਤ ਸੰਗਤ ਸ਼ਿੰਗਾਰ ਸ਼ੁਭ ਛਾਜਤ ਤੇ ਜਿਵੇਂ ਕਿਸੇ ਮਨੁੱਖ ਨੇ ਸ਼ਿੰਗਾਰ ਬਣਾਇਆ ਹੋਵੇ, ਸੋਹਣੇ ਵਸਤਰ ਪਹਿਨ ਕੇ ਤੇ ਸੋਹਣੇ ਗਹਿਣੇ ਪਹਿਨੇ ਹੋਣ, ਤੇ ਗੁਰੂ ਅੰਗਦ ਪਾਤਸ਼ਾਹ ਦਾ ਸ਼ਿੰਗਾਰ ਕਿਹੜਾ? ਬਾਬੇ ਲਹਿਣੇ ਜੀ ਦਾ ਸਤ ਸੰਗਤ ਰੂਪੀ ਗੁਰਾਂ ਨੇ ਸ਼ਿੰਗਾਰ ਕੀਤਾ ਹੋਇਆ। ਇਸ ਪ੍ਰਕਾਰ ਧਰ ਜਨਮ ਸੁਹਾਵਾ ਇਸ ਤਰ੍ਹਾਂ ਇਹ ਅਵਤਾਰ ਧਾਰਨਾ ਕੀਤਾ ਮੱਤੇ ਦੀ ਸਰਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਦੂਸਰੀ ਜੋਤ ਨੇ। ਬਿਰਧ ਹੈ ਦੇਹ ਜਿਉ ਕਾਲ ਬਿਤਾਵਾ ਅਤੇ ਇਸ ਤਰ੍ਹਾਂ ਸਾਧ ਸੰਗਤ ਜੀ ਹਰ ਦਿਨ ਗੁਰਾਂ ਦੀ ਦੇਹੀ ਜਿਹੜੀ ਹੈ ਉਹ ਵੱਧ ਰਹੀ ਹੈ, ਸਰੀਰ ਵੱਡਾ ਹੋਣ ਲੱਗਾ। 14 ਬਾਰਖ ਆਰਬਲ ਹੋਏ ਇਸ ਤਰ੍ਹਾਂ ਇਹ ਮੱਤੇ ਦੀ ਸਰਾਂ, ਨਾਗੇ ਦੀ ਸਰਾਂ ਜਿਹਨੂੰ ਕਰਕੇ ਆਪਾਂ ਜਾਣਦੇ ਹਾਂ, ਇੱਥੇ ਵਿੱਚ ਰਹਿੰਦਿਆਂ ਸਤਿਗੁਰਾਂ ਦੇ 14 ਸਾਲ ਸੰਸਾਰਕ ਸਮਾਂ 14 ਸਾਲ ਦਾ ਬਤੀਤ ਹੋ ਗਿਆ। ਜਿਨ ਹੈ ਬੇਕਾਰ ਨਾ ਪਰਸਿਓ ਕੋਏ ਐਸੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਹਨ। ਵਕਾਰਾਂ ਨੂੰ ਕੀ ਪਰਸਣਾ? ਵਕਾਰ ਤਾਂ ਸਤਿਗੁਰਾਂ ਦਾ ਨਾਂ ਸੁਣ ਕੇ ਡਰਦੇ ਭੱਜ ਜਾਂਦੇ। 14 ਸਾਲ ਤੱਕ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਮੱਤੇ ਦੀ ਸਰਾਂ, ਨਾਗੇ ਦੀ ਸਰਾਂ ਦੇ ਵਿੱਚ ਰਹੇ ਹੈ। ਅੱਗੇ ਗੁਰੂ ਕੀ ਕਿਰਪਾ ਕਰਦੇ ਆ, ਆਉਣ ਵਾਲੇ ਸਮੇਂ ਵਿੱਚ ਮਹਾਰਾਜ ਦੀ ਮਿਹਰ ਹੋਵੇਗੀ। ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਮਹਾਰਾਜ ਕਿਰਪਾ ਕਰਨ। ਜਿਹੜਾ ਉਸ ਸਮੇਂ ਗੁਰਸਿੱਖਾਂ ਤੇ ਦਇਆ ਹੋਈ ਬਾਬੇ ਬਾਲੇ ਜੀ ਦੇ ਉੱਤੇ, ਹੋਰ ਕਿਤਨੇ ਗੁਰਸਿੱਖ, ਆਪਾਂ ਵੀ ਅਰਦਾਸ ਕਰੀਏ ਮਹਾਰਾਜ। ਮਨ ਤਾਂ ਭੜਕਦਾ ਰਹਿੰਦਾ, ਬਾਂਦਰ ਦੀ ਨਿਆਈ ਟਪੂ ਟਪੂ ਕਰਦਾ ਹੀ ਰਹਿੰਦਾ ਹੈ। ਮਨ ਸੱਚੇ ਪਾਤਸ਼ਾਹ ਭੜਕਦਾ ਰਹਿੰਦਾ, ਪਿੱਪਲ ਦੇ ਸਿਰੇ ਦੇ ਪੱਤੇ ਵਰਗਾ, ਪਾਰੇ ਵਾਂਗੂ ਤੇ ਤਾਰੇ ਵਾਂਗੂ ਡੋਲਦਾ ਰਹਿੰਦਾ। ਮਹਾਰਾਜ ਕਿਰਪਾ ਕਰੋ। ਵੈਦ ਲੋਕ ਪਾਰਾ ਮਾਰ ਕੇ ਅੰਮ੍ਰਿਤ ਦਵਾਈ ਬਣਾ ਦਿੰਦੇ, ਸਾਡੇ ਮਨ ਨੂੰ ਮਾਰ ਕੇ ਮਹਾਰਾਜ ਇਹਦੀ ਦਵਾਈ ਬਣਾ ਦੇਵੋ, ਜਿਹੜਾ ਤੁਹਾਡੇ ਚਰਨਾਂ ਨਾਲ ਹੀ ਜੁੜਿਆ ਰਹੇ, ਇਹ ਭੜਕਣੋਂ ਹਟ ਹੀ ਜਾਵੇ।
ਇਸ ਅਰਦਾਸ ਬੇਨਤੀ ਦੇ ਨਾਲ ਜੀਵਨ ਸਫਲਾ ਹੋਵੇਗਾ, ਕਿਉਂਕਿ ਸਿੱਖ ਦਾ ਕਰਮ ਹੈ ਅਰਦਾਸ ਕਰਨਾ। ਪ੍ਰਭ ਪਾਸ ਜਨ ਕੀ ਅਰਦਾਸ। ਆਪਾਂ ਤਾਂ ਅਰਦਾਸ ਕਰਨੀ ਹੈ, ਗੁਰੂ ਮਹਾਰਾਜ ਸਾਡੀਆਂ ਅਰਦਾਸਾਂ ਨੂੰ ਸੰਪੂਰਨ ਕਰਨ। ਇਹ ਮਨੁੱਖਾ ਦੇਹੀ ਸਫਲੀ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।